ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਪ੍ਰਸੰਗ ਚੱਲ ਰਿਹਾ ਸੀ ਪ੍ਰਿਥੀ ਚੰਦ ਦਾ। ਪ੍ਰਸੰਗ ਇੱਥੋਂ ਤੱਕ ਪਹੁੰਚ ਚੁੱਕਾ ਹੈ ਕਿ ਚੰਦੂ ਦੇ ਬੁਲਾਉਣ ਦੇ ਉੱਤੇ ਪ੍ਰਿਥੀ ਚੰਦ ਹੁਣ ਲਾਹੌਰ ਜਾਣ ਦੇ ਵਾਸਤੇ ਤਿਆਰ ਹੋਇਆ। ਕਰਮੋ ਇਸ ਗੱਲ ਤੋਂ ਬੜੀ ਡਰਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਨਾ ਜਾਓ। ਪ੍ਰਿਥੀ ਚੰਦ ਕਹਿੰਦਾ ਹੈ ਕਿ ਹੁਣ ਤੇ ਗੱਦੀ ਲੈਣ ਦਾ ਸਮਾਂ ਆਇਆ, ਹੁਣ ਮੈਂ ਕਿਉਂ ਨਾ ਜਾਵਾਂ। ਕਹਿੰਦਾ ਹੈ ਕਿ ਤੂੰ ਪਰਵਾਹ ਨਾ ਕਰ, ਤੂੰ ਕਿਸੇ ਕਿਸਮ ਦੀ ਚਿੰਤਾ ਨਾ ਕਰ, ਮੈਂ ਗੁਰਿਆਈ ਗੱਦੀ ਨੂੰ ਲੈ ਕੇ ਫੇਰ ਹੀ ਵਾਪਸ ਪਰਤਾਂਗਾ। ਇੱਥੋਂ ਤੱਕ ਕਥਾ ਪਹੁੰਚ ਚੁੱਕੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਮਿਹਰਵਾਨ ਮਮ ਪੁੱਤਰ ਸੁਖ, ਬਹੁ ਬਿਦ ਕੇ ਪਾਵੈ, ਮੋਹਿਆਰ ਬਲ ਬਿਤ ਗਈ, ਦਿਨ ਅਲਪ ਰਹਾਵੈ। ਆਪਣੀ ਘਰਵਾਲੀ ਕਰਮੋਂ ਨੂੰ ਕਹਿੰਦਾ ਹੈ ਕਿ ਮੇਰਾ ਜਿਹੜਾ ਪੁੱਤਰ ਮਿਹਰਵਾਨ ਹੈ, ਇਹ ਬਹੁਤ ਹੀ ਤਰੀਕਿਆਂ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਕਰੇਗਾ। ਮਾਨੋ ਕਿ ਜਿਹੜੀ ਮੇਰੀ ਉਮਰਾ ਹੈ ਉਹ ਤੇ ਕਰੀਬ ਕਰੀਬ ਲੰਘ ਚੁੱਕੀ ਹੈ, ਮੈਂ ਤੇ ਹੁਣ ਬੁੱਢਾ ਹੋ ਚੁੱਕਾ ਹਾਂ। ਪਰ ਕਹਿੰਦਾ ਹੈ ਕਿ ਕਮ ਸੇ ਕਮ ਜੇ ਮੈਂ ਗੁਰਿਆਈ ਲੈ ਲਈ ਤੇ ਮੇਰੇ ਤੋਂ ਬਾਅਦ ਬਹੁਤਾ ਚਿਰ ਤੱਕ ਮੇਰਾ ਪੁੱਤਰ ਜਿਹੜਾ ਮਿਹਰਵਾਨ ਹੈ ਉਹ ਗੁਰਿਆਈ ਨੂੰ ਭੋਗਦਾ ਰਹੇ। ਅੰਕਲਿਓ ਮਿਲ ਪ੍ਰੇਮ ਕਰ, ਸੂਗਤ ਮੁਖ ਪਾਲਾ, ਸਰਬ ਰੀਤ ਸਮਝਾਏ ਕੈ, ਚਾਹਤ ਚਿਤ ਚਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਜੱਫੀ ਦੇ ਵਿੱਚ ਪੁੱਤਰ ਮਿਹਰਵਾਨ ਨੂੰ ਲਿਆ ਹੈ, ਉਸ ਦੇ ਮੱਥੇ ਨੂੰ ਚੁੰਮਿਆ ਹੈ ਪ੍ਰੇਮ ਦੇ ਨਾਲ, ਔਰ ਹਰ ਇੱਕ ਤਰੀਕੇ ਦੇ ਨਾਲ ਫਿਰ ਸਮਝਾ ਕੇ ਆਪਣੇ ਪੁੱਤਰ ਮਿਹਰਵਾਨ ਨੂੰ ਤੇ ਕਰਮੋਂ ਨੂੰ ਜਾਣ ਦੇ ਵਾਸਤੇ ਤਿਆਰੀ ਕੀਤੀ। ਨਿਕਸਤ ਸਨਮੁਖ ਛੀਕ ਪੀ, ਫਰ ਕੇ ਬਾਮਾ ਅੰਗਾ, ਸਮਦਾ ਕੋ ਸਿਰ ਭਾਰ ਧਰ, ਨਰ ਮਿਲਿਓ ਕੁਟੰਗਾ। ਬਹੁਤੀ ਵਾਰੀ ਇਸ ਗੱਲ ਦਾ ਜ਼ਿਕਰ ਹੋ ਚੁੱਕਾ ਹੈ ਕਿ ਕਈ ਲੋਕ ਸ਼ਗਨਾਂ ਤੇ ਅਪਸ਼ਗਨਾਂ ਦੀ ਵਿਚਾਰ ਕਰਦੇ ਨੇ। ਕਈ ਸ਼ਗਨ ਹੁੰਦੇ ਨੇ, ਕਈ ਅਪਸ਼ਗਨ ਹੁੰਦੇ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਤੁਕ ਦੇ ਵਿੱਚ ਅਪਸ਼ਗਨਾਂ ਦਾ ਜ਼ਿਕਰ ਕੀਤਾ ਕਿ ਜਦੋਂ ਹੀ ਪ੍ਰਿਥੀ ਚੰਦ ਤੁਰਿਆ ਕਿਸੇ ਨੇ ਛਿੱਕ ਮਾਰ ਦਿੱਤੀ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਜਦੋਂ ਬਾਹਰ ਘਰੋਂ ਨਿਕਲਿਆ ਤੇ ਕੋਈ ਸੁੱਕੀਆਂ ਲੱਕੜਾਂ ਦੀ ਪੰਡ ਲੈ ਕੇ ਆਉਂਦਾ ਮਿਲ ਗਿਆ। ਇਸ ਤਰ੍ਹਾਂ ਦੇ ਵੱਡੇ ਅਪਸ਼ਗਨ ਹੋਏ। ਸੰਸੈ ਕਰਮੋ ਬਹੁ ਕਰੇ, ਨਹੀਂ ਸਕੈ ਹਟਾਈ, ਫੁਰਤ ਬਿਲੋਚਨ ਦਾਹਿਨੋ, ਲਖ ਔਰ ਦੁਖ ਦਾਈ। ਕਰਮੋਂ ਨੇ ਸੰਸਾ ਤੇ ਬੜਾ ਕੀਤਾ, ਪਰ ਕਹਿੰਦੇ ਨੇ ਕਿ ਆਪਣੇ ਪਤੀ ਦੇ ਸਾਹਮਣੇ ਉਸ ਦਾ ਵਸ ਨਹੀਂ ਚੱਲਿਆ, ਉਹ ਉਸ ਨੂੰ ਹਟਾ ਨਾ ਸਕੀ। ਜਦੋਂ ਹੀ ਪ੍ਰਿਥੀ ਚੰਦ ਬਾਹਰ ਨਿਕਲਿਆ ਤੇ ਕਰਮੋਂ ਦੀ ਵੀ ਕਹਿੰਦੇ ਨੇ ਕਿ ਸੱਜੀ ਜਿਹੜੀ ਅੱਖ ਸੀ ਨਾ ਉਹ ਫਰਕੀ, ਤੇ ਸੱਜੀ ਜਿਹੜੀ ਅੱਖ ਫਰਕਣੀ ਹੈ ਨਾ ਜਨਾਨੀ ਦੀ, ਉਹ ਮਾੜੀ ਮੰਨੀ ਗਈ ਹੈ। ਜਿਸ ਤਰ੍ਹਾਂ ਕਿ ਸੱਜੀ ਅੱਖ ਜਨਾਨੀ ਦੀ ਮਾੜੀ ਹੈ ਤੇ ਜੇਕਰ ਬੰਦੇ ਦੀ ਫੜਕੇ ਉਹ ਚੰਗੀ ਮੰਨੀ ਜਾਂਦੀ ਹੈ,
ਹੁਣ ਸੱਜੀ ਅੱਖ ਫਰਕੀ ਹੈ ਕਰਮੋਂ ਦੀ। ਨਹੀਂ ਪ੍ਰਿਥਿਆ ਕੁਛ ਮਨ ਗਿਨ ਮਮ ਪੱਖੀ ਚੰਦੂ ਲਵਪੁਰ ਚਲ ਕਰ ਹੈ ਜਤਨ ਕਰ ਅਨਜ ਨਿਕੰਦੂ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਪ੍ਰਿਥੀ ਚੰਦ ਨੂੰ, ਕਿਉਂਕਿ ਪ੍ਰਿਥੀ ਚੰਦ ਸੋਚਦਾ ਹੈ ਕਿ ਮੇਰਾ ਮਦਦਗਾਰ ਮੇਰਾ ਪੱਖੀ ਵੱਡਾ ਦੀਵਾਨ ਚੰਦੂ ਹੈ। ਲਾਹੌਰ ਜਾ ਕੇ ਸੋਚਦਾ ਹੈ ਪ੍ਰਿਥੀ ਚੰਦ ਕਿ ਮੈਂ ਚੰਦੂ ਦੇ ਨਾਲ ਮਿਲ ਕੇ ਆਪਣੇ ਛੋਟੇ ਭਰਾ ਦਾ ਨਾਸ਼ ਕਰਨ ਦਾ ਉਪਾਅ ਸੋਚਾਂਗਾ। ਦਾਸ ਸਿੱਖ ਗਣ ਸੰਗ ਲੈ ਪਛਮ ਮੁਖ ਕੀਨਾ ਗਮਨਿਓ ਮਾਰਗ ਛਿਪਰ ਕਰ ਤ੍ਰਿਸ਼ਨਾ ਕੀਆ ਦੀਨਾ। ਕਵੀ ਜੀ ਲਿਖਦੇ ਨੇ ਕਿ ਦਾਸਾਂ ਨੂੰ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਪੱਛਮ ਦਾ ਮੂੰਹ ਕਰਕੇ ਪ੍ਰਿਥੀ ਚੰਦ ਚੱਲ ਪਿਆ ਹੈ। ਕਹਿੰਦੇ ਨੇ ਬੜੀ ਕਾਹਲੀ ਦੇ ਨਾਲ ਰਸਤੇ ਨੂੰ ਤੈਅ ਕਰਦਾ ਹੈ। ਤ੍ਰਿਸ਼ਨਾ ਕੀ ਅਧੀਨਾ, ਮਾਨੋ ਕਿ ਤ੍ਰਿਸ਼ਨਾ ਨੇ ਉਹਨੂੰ ਆਪਣੇ ਅਧੀਨ ਕੀਤਾ ਹੋਇਆ। ਨਿਸ ਬਿਸਰਾ ਮੈਂ ਦਿਨ ਚੱਲੇ ਦਿਨ ਥੋਰਨ ਮਾਹੂ ਪਹੁੰਚੋ ਤਰਨ ਤਾਰਨ ਨਿਕਟ ਬੋਲੇ ਨਰ ਪਾਹੂ। ਇਸੇ ਤਰ੍ਹਾਂ ਚਲਦਿਆਂ ਚਲਦਿਆਂ ਰਾਤ ਨੂੰ ਟਿਕ ਜਾਂਦਾ ਹੈ, ਸਵੇਰੇ ਫਿਰ ਚੱਲਣਾ ਸ਼ੁਰੂ ਕਰ ਦਿੰਦਾ ਹੈ। ਥੋੜਿਆਂ ਹੀ ਦਿਨਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਤਰਨ ਤਾਰਨ ਜਿਹੜੀ ਸਤਿਗੁਰਾਂ ਦੀ ਜਗ੍ਹਾ ਹੈ ਨਾ, ਉੱਥੇ ਪਹੁੰਚ ਗਿਆ। ਜਦੋਂ ਤਰਨ ਤਾਰਨ ਦੇ ਲਾਗੇ ਪਹੁੰਚੇ ਤੇ ਪ੍ਰਿਥੀ ਦੇ ਨਾਲ ਦੇ ਜਿਹੜੇ ਸਾਥੀ ਨੇ ਨਾ, ਉਹ ਪ੍ਰਿਥੀ ਚੰਦ ਨੂੰ ਇੰਜ ਕਹਿੰਦੇ ਨੇ ਗੁਰੂ ਰਚਿਓ ਤੀਰਥ ਮਹਾ ਮੱਜਣ ਕਰ ਲੀਜੈ ਚੱਲ ਡੇਰਾ ਆਗੇ ਕਰੈ ਨਿਸ ਪਰੀ ਲਖੀਜੈ। ਪ੍ਰਿਥੀ ਚੰਦ ਦੇ ਨਾਲ ਦੇ ਜਿਹੜੇ ਸਾਥੀ ਨੇ ਉਹ ਕਹਿੰਦੇ ਨੇ ਹੇ ਪ੍ਰਿਥੀ ਚੰਦ ਜੀ, ਗੁਰੂ ਜੀ ਨੇ ਵੱਡਾ ਤੀਰਥ ਰਚਿਆ ਹੋਇਆ, ਇੱਥੇ ਇਸ਼ਨਾਨ ਪਾਣੀ ਕਰ ਲਈਏ, ਰਾਤ ਨੂੰ ਇੱਥੇ ਡੇਰਾ ਲਾਈਏ ਤੇ ਫਿਰ ਸਵੇਰੇ ਇੱਥੋਂ ਅੱਗੇ ਚੱਲਾਂਗੇ। ਚੱਲੇ ਕੋਸ ਬਹੁ ਸ਼ਰਮ ਤਹਿ ਕਰ ਲੈ ਬਿਸਰਾਮੂ ਸੁਣ ਪ੍ਰਿਥਿਆ ਰਿਸ ਕਰ ਕਹਿ ਜਿਸ ਕੋ ਮਨ ਬਾਮੂ। ਨਾਲ ਦੇ ਸਾਥੀ ਕਹਿੰਦੇ ਨੇ ਕਿ ਬੜੇ ਕੋਹਾਂ ਦੇ ਰਸਤੇ ਨੂੰ ਤੈਅ ਕਰਕੇ ਆ ਗਏ ਹਾਂ, ਇਸ ਕਰਕੇ ਬੜੇ ਥੱਕ ਗਏ ਹਾਂ, ਇੱਥੇ ਥੋੜਾ ਚਿਰ ਰੁਕ ਕੇ ਇਸ਼ਨਾਨ ਪਾਣੀ ਕਰਕੇ ਵਿਸਰਾਮ ਕਰ ਲਈਏ। ਜਦੋਂ ਨਾਲਦਿਆਂ ਨੇ ਇਸ ਤਰ੍ਹਾਂ ਦੀ ਗੱਲ ਆਖੀ ਤੇ ਸੁਣ ਕੇ ਪ੍ਰਿਥੀ ਚੰਦ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਲੱਗਾ। ਜਿਸ ਕੋ ਮਨ ਬਾਮੂ ਕਹਿਣ ਤੋਂ ਭਾਵ ਇਹ ਹੈ ਕਿ ਜਿਹਦਾ ਮਾਨੋ ਕਿ ਮਨ ਬੜਾ ਟੇਢਾ ਹੈ, ਕਿਉਂਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤੀਰਥ ਤਰਨ ਤਾਰਨ ਨੂੰ ਆਰੰਭ ਕੀਤਾ ਸੀ। ਪਿੱਛੇ ਤੁਸੀਂ ਇਤਿਹਾਸ ਦੇ ਵਿੱਚ ਸੁਣ ਚੁੱਕੇ ਹੋ ਕਿ ਭਾਵੇਂ ਤਰਨ ਤਾਰਨ ਦਾ ਤੀਰਥ ਪੂਰਾ ਮੁਕੰਮਲ ਨਹੀਂ ਹੋਇਆ, ਪਰ ਸਤਿਗੁਰਾਂ ਨੇ ਇਸ ਜਗ੍ਹਾ ਦੇ ਉੱਤੇ ਤੀਰਥ ਥੋੜਾ ਜਿਹਾ ਰਚ ਦਿੱਤਾ ਸੀ। ਉਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਵੀ ਜੀ ਨੇ। ਇਹ ਛਪੜੀ ਤੀਰਥ ਨਹੀਂ ਫਲ ਕਹਾਂ ਨਹਾਏ ਨਹੀਂ ਗੁਰੂ ਕੋ ਰਚਤ ਥਲ ਕੁਛ ਪੂਰ ਨਾ ਪਾਏ। ਪ੍ਰਿਥੀ ਚੰਦ ਕਹਿੰਦਾ ਇਹ ਕੋਈ ਤੀਰਥ ਨਹੀਂ ਹੈ, ਇਹ ਤੇ ਇੱਕ ਛਪੜੀ ਹੈ ਤੇ ਛਪੜੀ ਦੇ ਵਿੱਚ ਨਹਾਉਣ ਦਾ ਮਾਨੋ ਕਿਸੇ ਵੀ ਤਰੀਕੇ ਦਾ ਕੋਈ ਵੀ ਫਲ ਨਹੀਂ ਮਿਲਦਾ। ਇਸ ਤੋਂ ਇਲਾਵਾ ਕਹਿੰਦਾ ਹੈ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰੂ ਸਨ, ਉਸ ਤੋਂ ਬਾਅਦ ਮੈਂ ਗੁਰੂ ਹਾਂ, ਇਸ ਕਰਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਤੀਰਥ ਨਹੀਂ ਰਚਿਆ, ਇਸ ਕਰਕੇ ਗੁਰੂ ਦੀ ਜਗ੍ਹਾ ਕਿਵੇਂ ਹੋ ਸਕਦੀ ਹੈ। ਕਹਿੰਦਾ ਹੈ ਇਹ ਛਪੜੀ ਹੈ, ਇਹਦੇ ਵਿੱਚ ਨਹਾਉਣ ਦਾ ਕੋਈ ਕਿਸੇ ਵੀ ਪ੍ਰਕਾਰ ਦਾ ਫਲ ਨਹੀਂ ਮਿਲੇਗਾ। ਤੁਰ ਕਨ ਛੀਨ ਪਚਾਵਨ ਰਚਬੇ ਨਹੀਂ ਤਬ ਦਿਨੋ ਚਲੋ ਅਗਾਰੀ ਦੇਖੀਐ ਤੀਰਥ ਹਮ ਕਿਨੋ। ਪ੍ਰਿਥੀ ਚੰਦ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਕਿ ਜਦੋਂ ਅਰਜਨ ਨੇ ਇਸ ਤੀਰਥ ਨੂੰ ਰਚਣ ਦੀ ਕੋਸ਼ਿਸ਼ ਕੀਤੀ ਸੀ ਤੇ ਜਿਹੜੇ ਤੁਰਕ ਸਨ ਉਹਨਾਂ ਨੇ ਇੱਟਾਂ ਹੀ ਇਹਨਾਂ ਤੋਂ ਜ਼ਬਰਦਸਤੀ ਖੋਹ ਕੇ ਲੈ ਲਈਆਂ ਸਨ। ਕਹਿੰਦਾ ਹੈ ਕਿ ਜੇ ਅਰਜਨ ਦੇ ਵਿੱਚ ਕੋਈ ਸ਼ਕਤੀ ਹੁੰਦੀ ਤੇ ਇੱਟਾਂ ਕਿਉਂ ਖਵਾ ਬੈਂਦਾ। ਕਹਿੰਦਾ ਕਿ ਚਲੋ ਇਸ ਜਗ੍ਹਾ ਨੂੰ ਛੱਡੋ, ਮੈਂ ਵੀ ਅੱਗੇ ਇੱਕ ਤੀਰਥ ਕੀਤਾ ਹੈ, ਉੱਥੇ ਜਾ ਕੇ ਇਸ਼ਨਾਨ ਕਰਾਂਗੇ। ਤਾਹਾਂ ਕਰੇ ਬਿਸਰਾਮ ਕੋ ਸ਼ਰਮ ਸਭ ਨਿਰਵਾਰ ਭਲੇ ਅਸੂਦੇ ਹੋਏ ਹੈ ਦਿਨ ਦੋਏ ਤ੍ਰੈ ਟਾਰਾਂ। ਆਪਣੇ ਨਾਲ ਦੇ ਸਾਥੀਆਂ ਨੂੰ ਪ੍ਰਿਥੀ ਚੰਦ ਕਹਿੰਦਾ
ਇਹ ਤੇ ਛੱਪੜੀ ਹੈ, ਇਹ ਕੋਈ ਤੀਰਥ ਨਹੀਂ ਹੈ। ਕਹਿੰਦਾ ਮੈਂ ਵੀ ਅੱਗੇ ਥੋੜੀ ਦੂਰੀ ਦੇ ਉੱਤੇ ਆਪਣਾ ਇੱਕ ਤੀਰਥ ਬਣਾਇਆ ਹੋਇਆ, ਕਹਿੰਦਾ ਕਿ ਉੱਥੇ ਚੱਲੋ, ਉੱਥੇ ਜਾ ਕੇ ਵਿਸਰਾਮ ਕਰਾਂਗੇ, ਆਪਣੀ ਥਕਾਵਟ ਨੂੰ ਦੂਰ ਕਰਾਂਗੇ ਔਰ ਇਸ ਤੋਂ ਇਲਾਵਾ ਅਸੂਧੇ ਹੋਵਾਂਗੇ। ਫਾਰਸੀ ਦਾ ਲਫ਼ਜ਼ ਹੈ ਅਸੂਧਾ। ਅਸੂਧਾ ਦਾ ਭਾਵ ਹੁੰਦਾ ਕਿ ਸੁਖੀ ਹੋਵਾਂਗੇ। ਬਿਨ ਹੇਰੇ ਗੁਰ ਥਾਨ ਕੋ ਚਲ ਜਾਤ ਆਗਾਰੀ, ਜਾਏ ਪਹੁੰਚਿਓ ਹੈ ਹਰੀ, ਉਤਰਿਓ ਮੁਦ ਪਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਤੀਰਥ ਤਰਨ ਤਾਰਨ ਬਣਾਇਆ ਸੀ, ਉੱਥੇ ਪ੍ਰਿਥੀ ਚੰਦ ਨਾ ਰੁਕਿਆ ਤੇ ਚਲਦਿਆਂ ਚਲਦਿਆਂ ਫਿਰ ਕਹਿੰਦੇ ਨੇ ਕਿ ਹੇ ਹਰਨਾ ਦੇ ਪਿੰਡ ਦੇ ਵਿੱਚ ਪਹੁੰਚ ਗਿਆ ਬੜੀ ਖੁਸ਼ੀ ਦੇ ਨਾਲ, ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਹੈ ਕਿ ਜਦੋਂ ਹੀ ਅੰਮ੍ਰਿਤਸਰ ਨੂੰ ਛੱਡਿਆ ਪ੍ਰਿਥੀ ਚੰਦ ਨੇ ਤੇ ਹੇ ਹਰਨਾ ਦੇ ਪਿੰਡ ਦੇ ਵਿੱਚ ਇਹ ਜਾ ਕੇ ਰੁਕਿਆ ਸੀ। ਸੁਲਹੀ ਖਾਂ ਦੀ ਸਹਾਇਤਾ ਦੇ ਨਾਲ ਮਾਨੋ ਕਿ ਉਸ ਜਗ੍ਹਾ ਦੇ ਉੱਤੇ ਇਹਨੇ ਅੰਮ੍ਰਿਤਸਰ ਵਰਗਾ ਤੀਰਥ ਬਣਾਇਆ ਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਹਰਨਾ ਦੇ ਪਿੰਡ ਦੇ ਵਿੱਚ ਪਹੁੰਚ ਗਿਆ, ਜਿੱਥੇ ਕਿ ਪ੍ਰਿਥੀ ਚੰਦ ਨੇ ਬੜਾ ਸੁੰਦਰ ਤਲਾਬ ਬਣਾਇਆ ਸੀ ਸ੍ਰੀ ਅੰਮ੍ਰਿਤਸਰ ਦੀ ਬਰਾਬਰੀ ਦਾ। ਸਿੱਖਣ ਕੋਈ ਉਪਦੇਸ਼ ਤੋ ਇਹ ਤੀਰਥ ਆਛੋ, ਮੱਝੋ ਸ਼ਰਦਾ ਧਾਰ ਕਰ ਪ੍ਰਾਪਤ ਜੋ ਬਾਛੋ। ਆਪਣੇ ਸਿੱਖਾਂ ਸੇਵਕਾਂ ਨੂੰ ਪ੍ਰਿਥੀ ਚੰਦ ਨੇ ਆਖਿਆ ਹੈ ਕਿ ਆ ਜਿਹੜਾ ਮੇਰਾ ਬਣਾਇਆ ਹੋਇਆ ਤੀਰਥ ਹੈ ਨਾ, ਇਹ ਸਰਵੋਤਮ ਹੈ, ਇਹ ਸਾਰਿਆਂ ਤੋਂ ਸਰਵ ਸ੍ਰੇਸ਼ਟ ਹੈ। ਕਹਿੰਦਾ ਹੈ ਕਿ ਇਸ ਦੇ ਵਿੱਚ ਇਸ਼ਨਾਨ ਕਰੋ, ਸ਼ਰਧਾ ਨੂੰ ਧਾਰਨ ਕਰੋ, ਜੋ ਵੀ ਤੁਹਾਡੇ ਮਨ ਦੀ ਮੁਰਾਦ ਹੋਵੇਗੀ ਉਹ ਜ਼ਰੂਰ ਪੂਰੀ ਹੋਵੇਗੀ। ਬਿਸਰਾਮੋ ਸ਼ਰਮ ਪਰ ਹਾਰੋ, ਪੁਨ ਲਵਪੁਰ ਚਾਲੈ, ਖਾਣ ਪਾਣ ਕੀਨਸ ਪੁਨਹ ਕਰ ਸਵਾਦ ਬਿਸਾਲੈ। ਕਹਿੰਦਾ ਇਸ ਦੇ ਵਿੱਚ ਇਸ਼ਨਾਨ ਕਰੋ, ਆਰਾਮ ਕਰੋ, ਆਪਣੀ ਥਕਾਵਟ ਨੂੰ ਦੂਰ ਕਰੋ, ਫਿਰ ਅੱਗੇ ਲਾਹੌਰ ਦੇ ਵੱਲ ਚੱਲਾਂਗੇ। ਉਸ ਜਗ੍ਹਾ ਤੇ ਕਵੀ ਜੀ ਲਿਖਦੇ ਨੇ ਟਿਕੇ, ਸਾਰਿਆਂ ਨੇ ਇਸ਼ਨਾਨ ਕੀਤਾ, ਫਿਰ ਪ੍ਰਸ਼ਾਦ ਪਾਣੀ ਛਕਿਆ ਜਿਹੜਾ ਕਿ ਬੜਾ ਸਵਾਦਮਈ ਸੀ। ਨਿਸਾ ਪਰੀ ਸੁਪਤੇ ਪੁਨਹ, ਉਠ ਪ੍ਰਾਤ ਨਹਾਏ, ਕਰਿਓ ਕਰਾਹ ਬਰਤਾਏ ਕੈ, ਹਰ ਖਤ ਹਿਆ ਖਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਰਾਤ ਨੂੰ ਬਤੀਤ ਕੀਤਾ, ਫਿਰ ਜਦੋਂ ਸਵੇਰ ਹੋਈ ਤੇ ਸਾਰਿਆਂ ਨੇ ਫਿਰ ਇਸ਼ਨਾਨ ਪਾਣੀ ਕੀਤਾ। ਇਸ ਤੋਂ ਇਲਾਵਾ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਤੇ ਸਾਰਿਆਂ ਨੇ ਖੁਸ਼ੀ ਦੇ ਨਾਲ ਖਾਧਾ। 3 ਦਿਵਸ ਬੀਤੇ ਬਸਤ, ਕਹਿ ਸੰਧਿਆ ਕਾਲਾ, ਚਲੇ ਕਾਲ ਕੋ ਲਵਪੁਰੀ, ਹੋਏ ਕਾਜ ਬਿਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ 3 ਦਿਨ ਪ੍ਰਿਥੀ ਚੰਦ ਨੇ ਆਪਣੇ ਸਾਥੀਆਂ ਦੇ ਨਾਲ ਉਸ ਪਿੰਡ ਦੇ ਵਿੱਚ ਹੀ ਬਤੀਤ ਹੋਏ। ਤੀਸਰੇ ਦਿਨ ਦੀਆਂ ਜਦੋਂ ਸ਼ਾਮਾਂ ਪਈਆਂ ਤੇ ਨਾਲਦਿਆਂ ਨੂੰ ਕਹਿੰਦਾ ਕਿ ਸਵੇਰੇ ਆਪਾਂ ਲਾਹੌਰ ਦੇ ਵੱਲ ਚੱਲਾਂਗੇ। ਚੰਦੂ ਕਰੇ ਪ੍ਰਤੀਖਨਾ, ਇੱਕ ਸਿੱਖ ਮਿਲ ਆਇਆ, ਅਰਜਨ ਕੋ ਮਾਰਿਓ ਚਹਿ, ਲੇਹ ਮੋਹੇ ਸਹਾਇਆ। ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਕਿ ਇੱਕ ਮੇਰਾ ਸਿੱਖ ਚੰਦੂ ਨੂੰ ਮਿਲ ਕੇ ਆਇਆ ਹੈ, ਜਿਸ ਨੇ ਮੈਨੂੰ ਸਾਰੀ ਖਬਰ ਦਿੱਤੀ ਹੈ ਕਿ ਅਰਜਨ ਨੂੰ ਮਾਰਨਾ ਚਾਹੁੰਦਾ ਹੈ ਚੰਦੂ, ਪਰ ਮਾਰਨਾ ਚਾਹੁੰਦਾ ਹੈ ਮੇਰੀ ਸਹਾਇਤਾ ਦੇ ਨਾਲ। ਨਿਸਪਈ ਭੋਜਨ ਅਚਿਓ, ਦਦ ਸਿੱਖ ਨੇ ਆਨਾ, ਸੂਖਮ ਚਾਵਰ ਸਾਗ ਸੋ, ਕੀਨਸ ਬਹੁ ਖਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਰਾਤ ਪਈ ਤੇ ਭੋਜਨ ਛਕਣਾ ਸ਼ੁਰੂ ਕੀਤਾ, ਕਿਸੇ ਪ੍ਰਿਥੀ ਚੰਦ ਦੇ ਸਿੱਖ ਨੇ ਦਹੀਂ ਲਿਆ ਕੇ ਦੇ ਦਿੱਤਾ। ਸੂਖਮ ਚਾਵਰ ਸਾਗ ਸੋ, ਕੀਨਸ ਬਹੁ ਖਾਣਾ। ਕਹਿੰਦੇ ਨੇ ਕਿ ਬਰੀਕ ਸੋਹਣੇ ਬਾਸਮਤੀ ਦੇ ਚੌਲ ਬਣਾਏ ਹੋਏ ਸਨ। ਇਸ ਤੋਂ ਇਲਾਵਾ ਸਾਗ ਵੀ ਤਿਆਰ ਕੀਤਾ ਸੀ। ਦਹੀਂ, ਚੌਲ ਤੇ ਸਾਗ, ਇਹ ਸਾਰੀਆਂ ਚੀਜ਼ਾਂ ਪ੍ਰਿਥੀ ਚੰਦ ਨੇ ਛਕ ਲਈਆਂ, ਖਾ ਲਈਆਂ। ਸਵਾਦ ਸਾਥ ਅਚ ਬਹੁ ਗਇਓ, ਹੁਣ ਹਾਰ ਖਵਾਇਓ,
अगर लो भर के उदर को निस मैं सुपतायो। ग्रंथाकार भाई संतोख सिंह जी लिखते हैं कि बड़े स्वाद दे नाल ये सारिया चीज़ां ਪ੍ਰਿਥੀ ਚੰਦ ने खा लिया, पर कवि जी लिखते हैं होण हार खवायो। मानो कि होणी ने ये सारा कुछ उसनों खवा दिता। गल लो भर के उधर को निसमय सुपतायो। मानो कि इन्ना ज़्यादा रज के उसने छकिया कि मानो गले तक भर लिया अपने ढिड नूं। और कहते ने कि फिर रात दे वेले सौ गया। अर्ध निसा बद हाजमा हैजा होए आवा। सूल उठ्यो जन सूल चुबत दुख ते बिकलावा। पर अद्धी को रात दे नाल कहंदे ने कि ਪ੍ਰਿਥੀ ਚੰਦ ਨੂੰ बदहजमी हो गई। ਜਿਹੜਾ उसने सारा कुछ खाधा सी ना ਉਹ ਹਜਮ ना हो सकिया। हैजा होया वा ते हैजा हो गया। सूल उठियो जन सूल चुबत दुख ते बिकलावा। मानो कि पेट दे विच इन्ना ज़्यादा सूल उठिया है, इन्नी ज़्यादा पीड़ा व्यापी है। इस तरह लगता सी कि जिवें सूलां चुभ रही होण, दुख दे नाल बहुत ही ज़्यादा व्याकुल हो गया। हाय हाय मुख करत है जागे नर पासू। कहाँ जतन को तब करें नहीं औखद रासू। ਪ੍ਰਿਥੀ ਚੰਦ हाय हाय करन लग पिया है। आवाज़ नूं सुन के नाल दे जिहड़े साथी ने वो सारे दे सारे उठे ने। सारिਆਂ ने बड़े यत्न किए, पर कवि जी कहते नहीं औखद रासू। मानो कि जो भी औषधि दवाई देंदे ने वो रास नहीं पैंदी, भाव के कोई फर्क ही नहीं पैंदा। नहीं हकीम को ग्राम में कछु हुआ ना उपाई। रुदत निकट हुआ दुखत सब तिस आस चुकाई। अपना ओड़ पोड़ किया, पर कहते ने कोई भी सियाणा हकीम पिंड दे विच नहीं सी। इस करके मानो कि कोई चंगा बचाउण दा यतन ना हो सकिया। रुदत निकट हुआ दुख सब। रोंदे ने सारे दे सारे ਪ੍ਰਿਥੀ ਚੰਦ दे लागे बह के। मानो कि तिस आस चुकाई। नाल दे साथियां ने आस मुका दी है कि हुण ਪ੍ਰਿਥੀ चंद नहीं बचेगा। ਪ੍ਰਿਥੀ ने जान्यो मरन नहीं बाचे प्राणा। सिख दास गण हितू लख अस बाक बखाना। हुण ਪ੍ਰਿਥੀ चंद नूं भी इस गल का पता लग गया कि मैं हुण नहीं बचना, मैं मर जावांगा। इस करके अपने दासां नूं, अपने सिखां नूं अपने हितू जान के ਪ੍ਰਿਥੀ चंद ने फिर इंज आख्या। कहंदा अब मेरो परलोक होवै रुझ वधियो विसाला। ਪ੍ਰਿਥੀ चंद नाल दे साथियां नूं कहंदा कि हुण मैं शरीर छड्ड जावांगा, मैं परलोक दे विच चलिया जावांगा, क्योंकि मेरा जिहड़ा रोग है ना बहुत ज़्यादा वध गया है, मैं बचना नहीं। दाह करो इस स्थान ही कर क्रिया कपाला। कहंदा कि जदों मैं मर गया ते फिर कहंदा है कि इसे जगह दे उत्ते ही मेरा संस्कार करना, भाव के हेहरां दे विच ही मेरा संस्कार करना ते कपाल क्रिया करनी। मैं अगे भी एक दिन जिक्र किया सी कि मुर्दा जदों सड़दा है, जदों उसकी खोपड़ी नूं सोटे दे नाल तोड़ दिंदे ने, उस नूं आख्या जांदा है कपाल क्रिया। कहण तो भाव यह है कि ਪ੍ਰਿਥੀ चंद ने आख्या कि सारियां रीतियां मेरे मरण तो बाद इत्थे ही पूरियां कीतियां जाण। पीछे हो सो अंस मम मर है कित कोई। दाह आण इस थल करे कह दीजै सोई। इस तो इलावा ਪ੍ਰਿਥੀ चंद ने आख्या है कि मेरी अंश दे विचों जो भी अगे मरेगा ते सारिਆਂ ਨੂੰ इस गल का सुनेहा दे दिओ कि उसका भी संस्कार इस जगह के उत्ते किया जाए। मौको मिले सो आण कर फल उत्तम पावै। कहता है कि जिहड़ी मेरी अंश का इत्थे संस्कार किया जाएगा, मानो कि वह मरण वाला मैनू आण के मिलेगा तो उसनूं उत्तम फलों की प्राप्ति होवेगी।
ਮਿਹਰਵਾਨ ਸੋ ਕਹੋ ਤੁਮ ਬਹੁਤ ਨਾ ਰੁਦ ਨਾਵੈ। ਇਸ ਤੋਂ ਇਲਾਵਾ ਨਾਲ ਦੇ ਸਾਥੀਆਂ ਨੂੰ ਪ੍ਰਿਥੀ ਚੰਦ ਨੇ ਆਖਿਆ ਹੈ ਕਿ ਜਾ ਕੇ ਮੇਰੇ ਪੁੱਤਰ ਮਿਹਰਵਾਨ ਨੂੰ ਦਿਲਾਸਾ ਦਿਓ, ਉਸ ਨੂੰ ਧੀਰਜ ਦਿਓ, ਮੇਰੀ ਮੌਤ ਦਾ ਬਹੁਤਾ ਦੁੱਖ ਨਾ ਮਨਾਵੇ, ਕਿਤੇ ਬਹੁਤ ਜ਼ਿਆਦਾ ਮਿਹਰਵਾਨ ਰੋਵੇ ਨਾ। ਇਹੀ ਰੀਤ ਸਭ ਜਗਤ ਕੀ आवत एक जाते, करो क्रिया मेरी सकल जप नाम प्रभाते। ਗਿਆਨ ਦੀਆਂ ਗੱਲਾਂ ਪਹਿਲੀ ਵਾਰੀ ਪ੍ਰਿਥੀ ਚੰਦ ਨੇ ਕਰਨੀਆਂ ਸ਼ੁਰੂ ਕੀਤੀਆਂ ਨੇ ਜਦੋਂ ਮੌਤ ਨੇੜੇ ਆਈ ਹੈ। ਨਾਲ ਦੇ ਸਾਥੀਆਂ ਨੂੰ ਕਹਿੰਦਾ ਹੈ ਕਿ ਇਹ ਰੀਤ ਸਾਰੀ ਦੁਨੀਆ ਦੇ ਉੱਤੇ ਬਣੀ ਹੋਈ ਹੈ ਕਿ ਇੱਕ ਆਉਂਦਾ ਹੈ ਇੱਕ ਚਲਿਆ ਜਾਂਦਾ ਹੈ। ਇਸ ਕਰਕੇ ਤੁਸੀਂ ਕਹਿੰਦਾ ਹੈ ਕਿ ਸਵੇਰ ਹੋਣ ਦੇ ਨਾਲ ਮੇਰੀ ਸਾਰੀ ਜਿਹੜੀ ਕਿਰਿਆ ਹੈ ਨਾ ਉਸ ਨੂੰ ਪੂਰਾ ਕਰ ਦਿਓ। ਪੌਣੇ ਆਵੋ ਚੰਦੂ ਮਿਲੋ ਲਿਹੋ ਗੁਰਤਾ ਗਾਦੀ, ਜਿਉ ਕਿਉ ਅਰਜਨ ਕੋ ਹਤੋ ਪੁਨ ਕੀਜੈ ਸ਼ਾਦੀ। ਮਰਨ ਲੱਗੇ ਨੇ ਵੀ ਗੱਦੀ ਦੀ ਆਸ ਨੂੰ ਨਹੀਂ ਛੱਡਿਆ। ਨਾਲ ਦੇ ਸਾਥੀਆਂ ਨੂੰ ਕਹਿੰਦਾ ਹੈ ਕਿ ਮੇਰੇ ਪੁੱਤਰ ਮਿਹਰਵਾਨ ਨੂੰ ਇਹ ਸੰਦੇਸ਼ਾ ਦੇ ਦਿਓ ਕਿ ਚੰਦੂ ਨੂੰ ਜਾ ਕੇ ਮਿਲੇ ਤੇ ਗੁਰਿਆਈ ਗੱਦੀ ਨੂੰ ਹਾਸਲ ਕਰੇ, ਜਿਵੇਂ ਨਾ ਕਿਵੇਂ ਅਰਜਨ ਨੂੰ ਮਾਰਨ ਦਾ ਯਤਨ ਕਰੇ, ਔਰ ਜਦੋਂ ਅਰਜਨ ਮਰ ਜਾਏਗਾ ਫਿਰ ਖੁਸ਼ੀਆਂ ਹੋਣਗੀਆਂ। ਪੂਰੋ ਕਾਮਨਾ ਆਇ ਕਰ ਸਭ ਬਣਿਓ ਬਣਾਊ, ਬੈਰ ਸੰਭਾਰੋ ਆਪਣੋ ਨਹੀਂ ਕਰੋ ਵਲਾਊ। ਕਹਿੰਦਾ ਪੁੱਤਰ ਮਿਹਰਬਾਨ ਨੂੰ ਕਹਿ ਦਿਓ ਕਿ ਜਿਹੜੀ ਕਾਮਨਾ ਮੇਰੀ ਪੂਰੀ ਨਹੀਂ ਹੋ ਸਕੀ ਉਹ ਕਾਮਨਾ ਹੈ ਮੇਰੇ ਪੁੱਤਰ ਤੂੰ ਪੂਰੀ ਕਰ, ਕਿਉਂਕਿ ਬਣਿਓ ਬਣਾਓ ਸਾਰੀ ਜਿਹੜੀ ਗੱਲਬਾਤ ਹੈ ਉਹ ਤੇ ਬਣੀ ਹੋਈ ਹੈ। ਬੈਰ ਸੰਭਾਰੋ ਆਪਣਾ, ਆਪਣੇ ਵੈਰ ਨੂੰ ਸੰਭਾਲੋ, ਨਹੀਂ ਕਰੋ ਵਲਾਓ, ਮਾਨੋ ਕਿ ਰਤਾ ਵੀ ਟਾਲਾ ਨਾ ਕਰੇ। ਇਮ ਕਹਿ ਤਰਨੀ ਪਰ ਪਰਿਓ ਵਿਆਕਲ ਬੜ ਹੋਵਾ, ਬੋਲ ਬੰਦ ਮ੍ਰਿਤ ਚਿੰਨ ਪੇ ਸਭ ਸੰਗਣ ਜੋਵਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੋਇਆ ਧਰਤੀ ਤੇ ਡਿੱਗ ਪਿਆ ਹੈ, ਬਹੁਤ ਹੀ ਜ਼ਿਆਦਾ ਵਿਆਕਲ ਹੋ ਗਿਆ ਹੈ, ਬੋਲ ਮੰਦ, ਬੋਲਣਾ ਬੰਦ ਕਰ ਦਿੱਤਾ ਹੈ। ਸਾਰੇ ਦੇ ਸਾਰੇ ਮੌਤ ਦੇ ਜਿਹੜੇ ਚਿੰਨ੍ਹ ਨੇ ਨਾ ਉਹ ਮਾਨੋ ਕਿ ਸਾਫ਼ ਪ੍ਰਿਥੀ ਚੰਦ ਦੇ ਮੂੰਹ ਦੇ ਉੱਤੇ ਦਿਸਦੇ ਨੇ। ਸਭ ਸੰਗਣ ਜੋਵਾ, ਸਾਰਿਆਂ ਸੰਗੀਆਂ ਨੇ ਦੇਖਿਆ ਪ੍ਰਿਥੀ ਚੰਦ ਹੁਣ ਮਰਨ ਵਾਲਾ ਹੈ। ਰਹੇ ਬੁਲਾਵਤ ਦਾਸ ਗਨ ਨਿਕਸੇ ਤਨ ਪ੍ਰਾਨਾ, ਚਿਤਵਤ ਗੁਰ ਸੰਗ ਬੈਰ ਕੋ ਪਰ ਲੋਕ ਪਿਆਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਨਾਲ ਦੇ ਸਿੱਖਾਂ ਨੇ ਦਾਸਾਂ ਨੇ ਬਹੁਤੀ ਵਾਰੀ ਬੁਲਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਤੋਂ ਬਾਅਦ ਪ੍ਰਿਥੀ ਚੰਦ ਰਤਾ ਵੀ ਨਾ ਬੋਲਿਆ। ਨਿਕਸੇ ਤਨ ਪ੍ਰਾਣਾ, ਉਸ ਤੋਂ ਬਾਅਦ ਪ੍ਰਿਥੀ ਚੰਦ ਦੇ ਮਾਨੋ ਕੇ ਪ੍ਰਾਣ ਨਿਕਲ ਗਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਵੈਰ ਯਾਦ ਕਰਦਾ ਕਰਦਾ ਹੀ ਮਰ ਗਿਆ। ਪਰ ਲੋਕ ਪਿਆਨਾ, ਦੂਸਰੇ ਲੋਕ ਦੇ ਵਿੱਚ, ਪਰਾਏ ਲੋਕ ਦੇ ਵਿੱਚ ਮਾਨੋ ਕਿ ਪ੍ਰਿਥੀ ਚੰਦ ਮਰ ਕੇ ਪਹੁੰਚ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਮਾਨੋ ਕਿ ਪ੍ਰਿਥੀ ਚੰਦ ਦੀ ਮੌਤ ਹੋਈ। ਪ੍ਰਿਥੀ ਚੰਦ ਹੇਹਰਾਂ ਵਿੱਚੋਂ ਖੁਸ਼ੀ ਭਰਿਆ, ਕਦਮ ਵੱਲ ਲਾਹੌਰ ਉਠਾਵਦਾ ਜੀ, ਰਾਹ ਵਿੱਚ ਹੀ ਉਸ ਨੂੰ ਸੂਲ ਪਿਆ, ਵਿੱਚ ਪਲਾਂ ਦੇ ਹੋਸ਼ ਗੁਆਵਦਾ ਜੀ। 1600 ਦਾ 62ਵਾਂ ਸਾਲ ਹੈ ਸੀ, 1600 ਦਾ 62ਵਾਂ ਸਾਲ ਹੈ ਸੀ, ਮਗਰ ਦਿਨ ਸਤਾਈਆਂ ਜਾਮਦਾ ਜੀ, ਸੂਲ ਨਾਲ ਮਰ ਗਿਆ ਕਰਤਾਰ ਸਿੰਘਾ, ਲਿਆ ਵੈਰ ਨਾ ਗਿਆ ਪਛਤਾਵਦਾ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸੂਲ ਦੀ ਪੀੜਾ ਦੇ ਨਾਲ ਹੀ ਮਰ ਗਿਆ, ਮਾਨੋ ਕਿ ਵੈਰ ਲਿਆ ਨਾ ਗਿਆ ਤੇ ਪਛਤਾਉਂਦਾ ਹੀ ਦੁਨੀਆ ਦੇ ਉੱਤੋਂ ਚਲਿਆ ਗਿਆ। ਰੋਦਤ ਸਕਲ ਬੈਠੇ ਨਿਕਟ, ਸੋ ਰਾਤ ਬਿਤਾਈ, ਭਾਈ ਪ੍ਰਭਾਤ ਉਠਾਏ ਕੈ ਵੱਡ ਚਿਖਾ ਬਣਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਰੋਂਦਿਆਂ ਹੀ ਮਾਨੋ ਕਿ ਸਾਰੀ ਰਾਤ ਨੂੰ ਬਹਿ ਕੇ ਬਤੀਤ ਕੀਤਾ। ਜਦੋਂ ਅਗਲੀ ਸਵੇਰ ਹੋਈ ਤੇ ਕਹਿੰਦੇ ਨੇ ਕਿ ਵੱਡੀ ਸਾਰੀ ਚਿਖਾ ਬਣਾ ਦਿੱਤੀ ਗਈ ਤੇ ਪ੍ਰਿਥੀ ਚੰਦ ਦੇ ਮ੍ਰਿਤਕ ਸਰੀਰ ਨੂੰ ਚਿਖਾ ਦੇ ਉੱਤੇ ਰੱਖ ਦਿੱਤਾ।
ऊपर धर कर छार कर रोए समुदाय, अस्त बीन दिन तीन मैं हट पाछ सिधाए। इस तो बाद सारी क्रिया की गई है। ਪ੍ਰਿਥੀ ਚੰਦ ਦੇ ਸਰੀਰ ਦਾ ਸੰਸਕਾਰ ਕੀਤਾ ਹੈ। ਸਾਰੇ ਦੇ ਸਾਰੇ ਬੜੇ ਰੋਏ। 3 ਦਿਨਾਂ ਤੋਂ ਬਾਅਦ ਫਿਰ ਪ੍ਰਿਥੀ ਚੰਦ ਦੇ ਫੁੱਲਾਂ ਨੂੰ ਚੁਣਿਆ ਤੇ ਫਿਰ ਸਾਰਾ ਕੁਝ ਕਰ ਕਰਾ ਕੇ ਪਿੱਛੇ ਨੂੰ ਮੁੜ ਪਏ। ਇੱਕ ਸਿੱਖ ਕੋਠੇ ਕੋ ਗਇਓ, ਪੂਰਬ ਸੁਧ ਦੇਵੇ, ਸੁਣ ਮਰਨੋ ਸੁਤ ਭਾਰ ਜਾ, ਵੱਡ ਕੂਕ ਕਰੈਬੋ। ਪ੍ਰਿਥੀ ਚੰਦ ਜਦੋਂ ਮਰਿਆ ਸੀ ਤੇ ਮਾਨੋ ਕਿ ਇੱਕ ਸਿੱਖ ਨੂੰ ਪਹਿਲਾਂ ਹੀ ਖਬਰ ਦੇਣ ਦੇ ਵਾਸਤੇ ਕੋਠੇ ਪਿੰਡ ਦੇ ਵਿੱਚ ਭੇਜ ਦਿੱਤਾ ਸੀ। ਯਾਦ ਰੱਖਣ ਦੀ ਇਹ ਲੋੜ ਹੈ ਕਿ ਗੁਰੂ ਕਾ ਕੋਠਾ ਜਿਸ ਜਗ੍ਹਾ ਨੂੰ ਆਖਿਆ ਜਾਂਦਾ ਹੈ, ਇਹ ਉਹੀ ਕੋਠਾ ਪਿੰਡ ਹੈ। ਕੋਠੇ ਪਿੰਡ ਦੇ ਵਿੱਚ ਸੰਦੇਸ਼ਾ ਦੇਣ ਦੇ ਵਾਸਤੇ ਘੱਲ ਦਿੱਤਾ ਸੀ। ਜਦੋਂ ਜਾ ਕੇ ਸੰਦੇਸ਼ਾ ਦਿੱਤਾ ਤੇ ਮਿਹਰਬਾਨ ਤੇ ਕਰਮੋਂ ਬਹੁਤ ਹੀ ਜ਼ਿਆਦਾ ਰੋਏ। ਹਾਏ ਹਾਏ ਕਰ ਰੋਦਤ ਹੈ, ਨਹੀਂ ਸਦਿਓ ਸਰੀਕਾ, हे पति पूरब ही मरियो, ਇਹ कियो नानिका। ਕਰਮੋਂ ਵੈਣ ਪਾ ਪਾ ਕੇ ਰੋਂਦੀ ਹੈ, ਹਾਏ ਹਾਏ ਕਰਦੀ ਹੈ, ਕਹਿੰਦੀ ਹੈ ਕਿ हे ਪਤੀ ਤੂੰ ਆਪਣੇ ਸ਼ਰੀਕੇ ਨੂੰ ਸੋਧ ਨਹੀਂ ਸਕਿਆ, ਮਾਨੋ ਕਿ ਸੋਧਣ ਤੋਂ ਬਗੈਰ ਹੀ ਸ਼ਰੀਕਾਂ ਨੂੰ ਤੂੰ ਮਰ ਗਿਆ। ਇਹ ਕਿਉ ਨਾ ਨੇਕਾ, हे ਮੇਰੇ ਪਤੀ ਇਹ ਤੂੰ ਚੰਗਾ ਨਹੀਂ ਕੀਤਾ। मेहरवान सुत की खबर कब लह आई, बदन मरत हम नहीं पिखियो, विधि कहाँ बनाई। ਉੱਚੀ ਉੱਚੀ ਪੁਕਾਰਾਂ ਕਰਕੇ ਰੋਂਦੀ ਹੈ, ਨਾਲੇ ਕਰਮੋਂ ਕਹਿੰਦੀ ਹੈ ਹੁਣ ਤੇਰੇ ਪੁੱਤਰ ਮਿਹਰਵਾਨ ਦੀ ਖਬਰ ਕੌਣ ਲਵੇਗਾ, ਤੂੰ ਕਦੋਂ ਆ ਕੇ ਇਹਦੀ ਖਬਰ ਸਾਰ ਨੂੰ ਲਵੇਗਾ। ਮਾਨੋ ਕਿ ਵਿਧੀ ਨੇ ਐਸੀ ਗੱਲ ਬਣਾ ਦਿੱਤੀ ਕਿ हे ਪਤੀ ਅਸੀਂ ਤੇਰਾ ਮਰੇ ਦਾ ਮੂੰਹ ਵੀ ਨਹੀਂ ਵੇਖ ਸਕੇ। ਰਹੀ ਹਟਾਏ ਨਹਿ ਹਟਿਓ ਤਬ, ਅਪ ਸ਼ਗਨ ਬੇਸਾਲੇ। ਕਹਿੰਦੀ ਹੈ हे ਪਤੀ ਮੈਂ ਤੈਨੂੰ ਬੜਾ ਹਟਾਇਆ ਪਰ ਤੂੰ ਮੇਰੇ ਆਖਿਆ ਨਹੀਂ ਹਟਿਆ, ਕਿਉਂਕਿ ਬੜੇ ਅਪਸ਼ਗਨ ਵੱਡੇ ਹੋਏ ਸਨ। ਕਿਮ ਫਲ ਸੋ ਦੇਵੈ ਨਹੀਂ ਦੁਖ ਕੀਨ ਕਰਾਲੇ। ਕਹਿੰਦੀ ਹੈ ਕਿ ਜਿਹੜੇ ਮਾੜੇ ਅਪਸ਼ਗਨ ਹੋਏ ਸਨ ਉਹਨਾਂ ਨੇ ਤੇ ਮਾੜਾ ਫਲ ਜ਼ਰੂਰ ਹੀ ਦੇਣਾ ਸੀ। ਮਾਨੋ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਅਪਸ਼ਗਨ ਨੇ ਉਹ ਭਿਆਨਕ ਦੁੱਖ ਦੇਣ ਤੋਂ ਬਗੈਰ ਨਹੀਂ ਟਲਦੇ। ਕਹਿ ਲਗ ਬਰਨੋ ਸ਼ੋਕ ਜਨ ਕੀਆ ਆਏ ਅਵਾਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਿੱਥੋਂ ਤੱਕ ਉਹਨਾਂ ਦੇ ਸੋਗ ਦਾ ਵਰਣਨ ਕਰਾਂ, ਕਿਸ ਤਰ੍ਹਾਂ ਦਾ ਰੋਣਾ ਪਿੱਟਣਾ ਘਰ ਦੇ ਵਿੱਚ ਹੋਇਆ। ਇਤਨੇ ਮੇ ਆਏ ਅਸਥ ਰੋਦਤ ਭਰ ਸਵਾਸਾ। ਇੰਨੇ ਚਿਰ ਨੂੰ ਉਹ ਜਿਹੜੇ ਪ੍ਰਿਥੀ ਚੰਦ ਦੇ ਫੁੱਲਾਂ ਨੂੰ ਚੁਣ ਕੇ ਆਏ ਸਨ ਉਹ ਅਸਥੀਆਂ ਨੂੰ ਲੈ ਕੇ ਰੋਂਦੇ ਹੋਏ ਲੰਮੇ ਸਾਹ ਲੈਂਦੇ ਹੋਏ ਘਰ ਪਹੁੰਚ ਗਏ। ਮਿਹਰਵਾਨ ਬਹੁ ਰੋਇ ਕੈ ਮ੍ਰਿਤ ਕਿਰਿਆ ਕਰਾਈ, ਸ਼ਬਦ ਪੜਾਇਓ ਦਰਬ ਦੇ ਸੁਣਤੇ ਸਮੁਦਾਈ। ਪੁੱਤਰ ਮਿਹਰਵਾਨ ਨੇ ਫਿਰ ਆਪਣੇ ਪਿਓ ਦੀ ਸਾਰੀ ਜਿਹੜੀ ਮੌਤ ਤੋਂ ਬਾਅਦ ਕਿਰਿਆ ਸੀ ਉਸ ਨੂੰ ਪੂਰਾ ਕੀਤਾ। ਇਸ ਤੋਂ ਇਲਾਵਾ ਅਖੀਰ ਦੇ ਵਿੱਚ ਕਹਿੰਦੇ ਨੇ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਪੜਾਇਆ ਗਿਆ, ਬਹੁਤੇ ਸਾਰੇ ਪੈਸੇ ਦੇ ਕੇ, ਔਰ ਸਾਰਿਆਂ ਨੇ ਗੁਰਬਾਣੀ ਦੇ ਕੀਰਤਨ ਨੂੰ ਸੁਣਿਆ। ਤਿੰਨ ਕੀ ਸੰਗਤ ਆਏ ਕਰ ਪੁਨ ਪਾਗ ਬੰਧਾਈ, ਮਿਟਿਓ ਸ਼ੋਕ ਤਬ ਜਨ ਕਹਿਓ ਜੋ ਅਕਲ ਸਿਖਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਪ੍ਰਿਥੀ ਚੰਦ ਦੇ ਭੋਗ ਦਾ ਸਮਾਗਮ ਹੋਇਆ ਤੇ ਸੰਗਤ ਨੇ ਆਣ ਕੇ ਮਾਨੋ ਕਿ ਜਿਹੜੀ ਪੱਗ ਸੀ ਉਹ ਮਿਹਰਵਾਨ ਦੇ ਸਿਰ ਦੇ ਉੱਤੇ ਬੰਨ੍ਹ ਦਿੱਤੀ। ਇਸ ਤੋਂ ਬਾਅਦ ਸੋਗ ਮਿਟ ਗਿਆ। ਸਾਰੇ ਦੇ ਸਾਰੇ ਮਾਨੋ ਕਿ ਸੁਭਾਵਿਕ ਤੌਰ ਦੇ ਨਾਲ ਇੱਕ ਸਾਰ ਸਰਲ ਹੋ ਗਏ। ਸ੍ਰੀ ਅਰਜਨ ਤੇ ਬੈਰ ਕਰ ਲੇਹੋ ਗੁਰਤਾ ਗਾਦੀ, ਚੰਦੂ ਹਤੈ ਉਪਾਏ ਤੇ ਤਬ ਕੀਜੈ ਸ਼ਾਦੀ। ਜਦੋਂ ਸਾਰਾ ਕੁਝ ਹੋ ਗਿਆ ਤੇ ਫਿਰ ਜਿਹੜੇ ਪ੍ਰਿਥੀ ਚੰਦ ਦੇ ਨਾਲ ਗਏ ਸਨ ਉਹਨਾਂ ਨੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਨੂੰ ਆਖਿਆ ਕਿ ਤੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਇਹ ਗੱਲ ਆਖੀ ਸੀ ਕਿ ਅਰਜਨ ਸਾਡਾ ਵੱਡਾ ਵੈਰੀ ਹੈ, ਉਸ ਨੂੰ ਮਾਰਨਾ ਹੈ ਤੇ ਗੁਰਿਆਈ ਨੂੰ ਸਾਂਭਣਾ ਹੈ,
ਚੰਦੂ ਮਾਰੇਗਾ ਵੱਡੇ ਉਪਾਅ ਦੇ ਨਾਲ ਤੇ ਫੇਰ ਤੂੰ ਸੁਖ ਮਨਾਏ। ਮਰਤ ਕਯੋ ਤੁਮ ਸੋ ਪਿਤਾ, ਇਹ ਸੁਣੋ ਸੰਦੇਸ਼ਾ। ਕਹਿੰਦੇ ਨੇ ਕਿ ਮਰਨ ਲੱਗਿਆ ਤੇਰੇ ਪਿਤਾ ਨੇ ਤੇਰੇ ਵਾਸਤੇ ਇਹ ਸੰਦੇਸ਼ਾ ਦਿੱਤਾ ਸੀ ਜਿਹੜਾ ਅਸੀਂ ਤੈਨੂੰ ਸੁਣਾ ਦਿੱਤਾ। ਸੁਣਿਓ ਪੁੱਤਰ ਯਾਰ ਭਾਰਜਾ ਔਰ ਲਹਿਤ ਕਲੇਸ਼ਾ। ਜਦੋਂ ਇਸ ਤਰ੍ਹਾਂ ਦੀ ਗੱਲ ਕਰਮੋਂ ਨੇ ਤੇ ਮਿਹਰਵਾਨ ਨੇ ਸੁਣੀ, ਮਾਨੋ ਕਿ ਮਾਂ ਪੁੱਤਰਾਂ ਨੇ ਬਹੁਤ ਹੀ ਜ਼ਿਆਦਾ ਦੁੱਖ ਮੰਨਿਆ, ਕਲੇਸ਼ ਵਧਿਆ। ਮਿਹਰਵਾਨ ਮਨ ਮਾਨ ਕੈ, ਮੌਨ ਠਾਨ ਰਹਿ ਪੌਣ, करे प्रतीखण गुरु बनो, होए है कारण कौन। ग्रंथाकार भाई संतोख सिंह जी लिखते हैं कि मेहरबान मन दे विच इस तरह की सोच सोच के घर दे विच बैठा है, पर लगातार मेहरबान इस प्रतीक्षा दे विच है कि किहड़े तरीके दे नाल मैं अपने पिता दे आखे हुए वाक नूं सफल करां, भाव कि ऐसा किहड़ा कारण बने कि मैं गुरु बना। इस जगह दे उत्ते कवि जी अपने अध्याय की समाप्ति करके नवे अध्याय का प्रारंभ करते हैं। सम्मत 16 होते ऊपर पंच मिलाए, सप्तम होती असौज की पृथ्या तब जन्माए। ग्रंथाकार भाई संतोख सिंह जी लिखते हैं कि 1605 संवत दे विच अस्सू दी 7 नूं मानो कि ਪ੍ਰਿਥੀ ਚੰਦ ਦਾ ਜਨਮ ਹੋਇਆ ਸੀ। 1663 ਬਿਖੈ ਮਾਧਵ ਕੋ ਮਾਸਾ, ਮ੍ਰਿਤਕ ਭਇਓ ਸੋ ਜਾਣੀਐ ਨਹੀਂ ਪੁਰਵੀ ਆਸਾ। ਕਵੀ ਜੀ ਲਿਖਦੇ ਨੇ ਕਿ 1605 ਦੇ ਵਿੱਚ ਪ੍ਰਿਥੀ ਚੰਦ ਦਾ ਜਨਮ ਹੋਇਆ ਸੀ ਤੇ 1663 ਦੇ ਵਿੱਚ ਵਿਸਾਖ ਦੇ ਮਹੀਨੇ ਦੇ ਵਿੱਚ ਉਹ ਮਾਰਿਆ ਗਿਆ। पर कहते ने मर ते गया नहीं पुरवी आसा, मर गया ਪ੍ਰਿਥੀ चंद, पर उसकी जी आस सी ना गुरियाई वाली वो पूरी नहीं हुई। बुरा सुचित वत गुरु को सब बैस बेताई, जिम तस कर सस को कह जर क्यों नहीं जाई। कवि जी लिखते ने कि आशा पूरी ना हुई ਪ੍ਰਿਥੀ ਚੰਦ ਦੀ, ਬੁਰਾ ਚਿਤਵਦਾ ਹੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਮਰ ਗਿਆ ਆਪਣੀ ਉਮਰਾਂ ਨੂੰ ਲਗਾ ਕੇ। ਕਵੀ ਜੀ ਪ੍ਰਮਾਣ ਦਿੰਦੇ ਨੇ ਜਿਮ ਤਸਕਰ ਸਸੀ ਕੋ ਕਹੈ ਜਰ ਕਿਉਂ ਨਹੀਂ ਜਾਈ। ਮਾਨੋ ਕਿ ਜਿਸ ਤਰ੍ਹਾਂ ਕੋਈ ਚੋਰ ਚੰਦਰਮਾ ਨੂੰ ਕਹਿੰਦਾ ਕਿ ਇਹ ਚੰਦਰਮਾ ਤੂੰ ਸੜ ਕਿਉਂ ਨਹੀਂ ਜਾਂਦਾ, ਤੂੰ ਆਪਣੀ ਰੌਸ਼ਨੀ ਰਾਤ ਦੇ ਵੇਲੇ ਕਿਉਂ ਦਿੰਦਾ ਹੈ, ਮੈਨੂੰ ਦੁੱਖ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਮਾਨੋ ਕਿ ਪ੍ਰਿਥੀ ਚੰਦ ਮਰ ਗਿਆ। जिम आलूक कह सूर को किम उदय नित नीता, क्यों ना हिमालय में गरै दुखते हम चीता। हुण ग्रंथाकार भाई संतोख सिंह जी बहुते सारे प्रमाण इस वास्ते दिंदे ने ਪ੍ਰਿਥੀ ਚੰਦ ਦੀ ਬਾਬਤ। कवि जी ने अगला प्रमाण दिता है कि जिस तरह उल्लू कहता है सूरज नूं कि हे सूरज तू रोज रोज क्यों चढ़दा है, क्यों रोशनी देना है, क्यों तू हिमालय की बर्फ दे विच गल के मर नहीं जाता, क्योंकि तेरी रोशनी दे नाल मैनू कुछ नहीं दिसदा। इसी तरीके के प्रमाण अगे होर भी बहुत सारे कवि जी दे रहे हैं। जथा जवा सो पावस दे दोष बडेरे, बिना चाह क्यों बरसतो हम हरत कनेरे। कवि जी प्रमाण देंदे ने कि जिस तरह जिहड़ा जवाहा घाह है वो बड़ा दोष दिंदा है बरखा नूं, मींह दे पानी नूं। बरखा नूं कहंदा कि तू क्यों वरदी है, क्योंकि तेरे वरण दे नाल मैं हरिया नहीं हुंदा, मैं सड़ जाना। ग्रंथां दे विच लिखिया होया है कि जवाहा एक ऐसा घाह है जिहड़ा मींह दे पानी दे नाल मारिया जाता है, सड़ जाता है। भावें कि दुनिया की सारी बनस्पति मींह के पानी दे नाल या किसी भी पानी दे नाल हरी हुंदी है, पर जवाहा ऐसा है जिहड़ा मींह के पानी दे नाल सड़ जाता है। इस तरह का सी मानो ਪ੍ਰਿਥੀ चंद। बाट पार जिम पात की निज घात तकावै, धर्मात्म महिपाल को गण दोष बतावै। कवि जी लिखते हैं कि जिहड़ा धाड़ा मारन वाला धाड़वी हुंदा है, बड़ा पापी हुंदा है,
ਕਹਿੰਦੇ ਨੇ ਕਿ ਉਹ ਹਮੇਸ਼ਾ ਕਾਦ ਤਕਾਉਂਦੇ ਨੇ, ਦਾ ਲਾਉਂਦੇ ਨੇ ਲੋਕਾਂ ਨੂੰ ਲੁੱਟਣ ਦਾ। ਪਰ ਕਹਿੰਦੇ ਨੇ ਕਿ ਜਿਹੜਾ ਧਰਮਾਤਮਾ ਮਹੀਪਾਲ ਹੋਵੇ, ਜਿਹੜਾ ਕੋਈ ਧਰਮਾਤਮਾ ਰਾਜਾ ਹੋਵੇ, ਉਹਦੇ ਤੇ ਬੜੇ ਦੋਸ਼ ਲਾਉਂਦੇ ਨੇ, ਉਹਨੂੰ ਚੰਗਾ ਨਹੀਂ ਗਿਣਦੇ, ਕਿਉਂਕਿ ਜਿਹੜਾ ਧਰਮਾਤਮਾ ਰਾਜਾ ਹੋਵੇਗਾ ਉਹ ਧਾੜਵੀਆਂ ਨੂੰ ਸਜ਼ਾ ਦੇਵੇਗਾ। जार जथा कुटवार को नित चैत बिनासा, बक मराल को पद चितै किम पुरवै आसा। इसे ही तरीके दे नाल कवि जी लिखते हैं कि जिहड़े चोर यार ने ਉਹ ਵੀ ਕੋਤਵਾਲ ਨੂੰ, ਸਿਪਾਹੀ ਨੂੰ ਚੰਗਾ ਨਹੀਂ ਗਿਣਦੇ। ਉਹ ਤੇ ਚਾਹੁੰਦੇ ਨੇ ਕਿ ਇਹ ਮਰ ਜਾਣ ਤਾਂ ਕਿ ਸਾਨੂੰ ਕੋਈ ਫੜੇ ਨਾ। ਇਸੇ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਨੇ ਕਿ ਜਿਹੜੇ ਬਗਲੇ ਨੇ ਉਹ ਹਮੇਸ਼ਾ ਇਹ ਚਾਹੁੰਦੇ ਨੇ ਕਿ ਅਸੀਂ ਹੰਸ ਬਣ ਜਾਈਏ, ਕਿਵੇਂ ਪੁਰਵੈ ਆਸਾ। ਪਰ ਕਵੀ ਜੀ ਕਹਿੰਦੇ ਨੇ ਕਿ ਇਹ ਸਾਰਾ ਕੁਝ ਕਿਵੇਂ ਹੋ ਸਕਦਾ ਹੈ? ਮਾਨੋ ਕਿ ਬਗਲਿਆਂ ਦਾ ਹੰਸਾਂ ਦੇ ਵਿੱਚ ਤਬਦੀਲ ਹੋਣਾ ਕਿਸ ਤਰ੍ਹਾਂ ਸੰਭਵ ਹੈ? ਇਹ ਕਦੇ ਹੋ ਨਹੀਂ ਸਕਦਾ। ਇਸੇ ਤਰੀਕੇ ਦੇ ਨਾਲ ਮਾਨੋ ਕਿ ਪ੍ਰਿਥੀ ਚੰਦ ਸੀ। ਜਿਮ ਬਿਰਹਣ ਕੋ ਚਾਂਦਨੀ ਦੀਰਘ ਦੁਖ ਦਾਈ, तथा अनज की कीरति कबहू ना मन पाई। कवि जी कहते हैं कि जिस तरीके दे नाल चंद्रमा की जिहड़ी चांदनी है ਉਹ ਵਿਛੋੜੇ ਵਾਲੀ ਇਸਤਰੀ ਨੂੰ ਕਦੇ ਵੀ ਚੰਗੀ ਨਹੀਂ ਲੱਗਦੀ। ਇਸੇ ਤਰੀਕੇ ਦੇ ਨਾਲ ਮਾਨੋ ਕਿ ਆਪਣੇ ਛੋਟੇ ਭਰਾ ਸ੍ਰੀ ਅਰਜਨ ਦੀ ਜਿਹੜੀ ਕੀਰਤੀ ਸੀ ਨਾ, ਉਹ ਕਦੇ ਵੀ ਪ੍ਰਿਥੀ ਚੰਦ ਨੂੰ ਚੰਗੀ ਨਹੀਂ ਲੱਗੀ। ਜਿਮ ਜੰਬਕ ਬਣ ਪਤ ਬਣਨ ਨਿਤ ਜਤਨ ਕਰੰਤਾ, ਕੇ ਹਰ ਕੋ ਕਾਢਨ ਚਹ ਕਿਮ ਇਛ ਪੁਰੰਤਾ। ਕਵੀ ਜੀ ਲਿਖਦੇ ਨੇ ਜਿਸ ਤਰ੍ਹਾਂ ਕੋਈ ਗਿੱਦੜ ਆਪਣੇ ਆਪ ਨੂੰ ਮਾਨੋ ਕਿ ਜੰਗਲ ਦਾ ਰਾਜਾ ਸ਼ੇਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਯਤਨ ਕਰਦਾ ਹੈ, ਪਰ ਕਹਿੰਦੇ ਨੇ ਸੋਚਦਾ ਹੈ ਕਿ ਮੈਂ ਰਾਜਾ ਬਣ ਜਾਵਾਂ ਤੇ ਜੰਗਲ ਦਾ ਜਿਹੜਾ ਰਾਜਾ ਸ਼ੇਰ ਹੈ ਇਸ ਨੂੰ ਬਾਹਰ ਕੱਢ ਦੇਵਾਂ। ਤੇ ਕਵੀ ਜੀ ਕਹਿੰਦੇ ਨੇ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ? ਇੱਕ ਗਿੱਦੜ ਸ਼ੇਰ ਨੂੰ ਕਿਸ ਤਰ੍ਹਾਂ ਜੰਗਲ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ? ਆਖਰਕਾਰ ਮਾਨੋ ਕਿ ਗਿੱਦੜ ਦੀ ਚਾਹ ਕਦੇ ਪੂਰੀ ਨਹੀਂ ਹੋਵੇਗੀ। ਇਸੇ ਤਰੀਕੇ ਦੇ ਨਾਲ ਮਾਨੋ ਕਿ ਪ੍ਰਿਥੀ ਚੰਦ ਇੱਕ ਗਿੱਦੜ ਵਰਗਾ ਸੀ, ਜਿਨੇ ਕਿ ਸ਼ੇਰ ਵਰਗੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਤੋਂ ਖਾਰਜ ਕਰਨ ਦਾ ਯਤਨ ਕੀਤਾ, ਉਹਨਾਂ ਦੀ ਜਗ੍ਹਾ ਨੂੰ ਮੱਲਣਾ ਚਾਹਿਆ, ਪਰ ਉਹਦੀ ਆਸ ਪੂਰੀ ਨਾ ਹੋਈ। गादी सीता लैन को रावण सम होवा, अबिलाखत ही पच गयो नहीं सुख सो जोवा। कवि जी होर प्रमाण देंदे ने कि मानो गद्दी रूप सीता नूं प्राप्त करन दे वास्ते रावण वर्गा बनिया ਪ੍ਰਿਥੀ ਚੰਦ, पर कहंदे ने कि उस दी आशा फिर भी पूरी ना होई। पच गयो नहीं सुख सो जोवा, आखिरकार मर गया, सुख दी नींद कदे नहीं सुता। कंस कृष्ण के हतन हित छल रचे कनेरे, मार त्यापै मर गयो तिम ਪ੍ਰਿਥੀਆ हेरे। ग्रंथाकार भाई संतोख सिंह जी लिखते हैं कि कंस ने कृष्ण नूं मारन दे बड़े यतन कीते, बड़े छल कीते, पर किसी भी तरीके दे नाल कंस कृष्ण नूं मार नहीं सकिया, सगों मारदा मारदा आप ही मर गया। तिम ਪ੍ਰਿਥੀਆ हेरे। कवि जी कहंदे ने कि इस तरीके दा तुसीं मानो कि ਪ੍ਰਿਥੀ चंद नूं समझो, जिहड़ा मानो कि वैर करदा करदा ही इस तरीके दे नाल मर गया। किस तरह मरिया? कवि करतार सिंह जी कलास वालिए उस नूं इंज बयान करदे ने। रामदास सतगुरां दा पुत्र वड्डा, उमर चेड़ियां विच गवा छड्डी, एक दिन ना सबर दे नाल बैठा, ਐਵੇਂ ਜ਼ਿੰਦਗੀ ਨਾਸ ਕਰਵਾ ਛੱਡੀ। ਨਾਲ ਸਕੇ ਭਰਾ ਦੇ ਵੈਰ ਚਾਇਆ, ਜ਼ਿੱਦ ਮਰਦਿਆਂ ਤੱਕ ਨਿਭਾ ਛੱਡੀ। ਮਰ ਗਿਆ ਗੁਰਿਆਈ ਨੂੰ ਲੱਭਦਾ ਹੀ, ਹਿਰਸ ਈਰਖਾ ਹੋਸ਼ ਭੁਲਾ ਛੱਡੀ। ਪ੍ਰਿਥੀ ਚੰਦ ਤਾਂ ਆਪ ਜੋ ਸੀ ਸੋ ਸੀ, ਘਰੋਂ ਸਵਾਣੀ ਨੇ ਹੱਦ ਪੁਚਾ ਛੱਡੀ। ਗੁਰਿਆਈ ਦੇ ਵਿੱਚ ਕਰਤਾਰ ਸਿੰਘਾਂ, ਦੁਨੀਆਦਾਰੀ ਦੀ ਲੱਤ ਅੜਾ ਛੱਡੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਮਰ ਗਿਆ ਇਸੇ ਝੇੜਿਆਂ ਦੇ ਵਿੱਚ। ਕਹਿੰਦੇ ਨੇ ਕਿ ਪ੍ਰਿਥੀ ਚੰਦ ਤੇ ਜਿਸ ਤਰ੍ਹਾਂ ਦਾ ਹੈ ਸੀ ਉਹ ਤੇ ਹੈ ਹੀ ਸੀ, ਪਰ ਕਹਿੰਦੇ ਨੇ ਕਿ ਘਰ ਵਾਲੀ ਕਰਮੋਂ ਨੇ ਵੀ ਕੋਈ ਘੱਟ ਨਹੀਂ ਕੀਤੀ। ਮਾਨੋ ਕਿ ਗੁਰਿਆਈ ਦੇ ਵਿੱਚ ਕਰਤਾਰ ਸਿੰਘਾ ਦੁਨੀਆਦਾਰੀ ਦੀ ਲੱਤ ਨੂੰ ਹਮੇਸ਼ਾ ਅੜਾ ਕੇ ਰੱਖਿਆ। ਇਸ ਤਰੀਕੇ ਦਾ ਸੀ ਪ੍ਰਿਥੀ ਚੰਦ। ਮਿਹਰਵਾਨ ਪ੍ਰਸਥਾਨ ਕੋ
चाहे बहो तेरा, जननी जान न देत है, करे नेहो कनेरा। हुण मरण लग्या जिहड़ा ਪ੍ਰਿਥੀ ਚੰਦ ने संदेशा घल्लिया सी पुत्र ਮਿਹਰਵਾਨ ਦੇ ਵੱਲ, ਉਹ ਸੰਦੇਸ਼ਾ ਹਮੇਸ਼ਾ ਮਿਹਰਵਾਨ ਦੇ ਮਨ ਦੇ ਵਿੱਚ ਖਟਕਦਾ ਹੈ। ਹਮੇਸ਼ਾ ਮਿਹਰਵਾਨ ਚਾਹੁੰਦਾ ਹੈ ਕਿ ਮੈਂ ਆਪਣੇ ਪਿਤਾ ਦੇ ਵਾਕ ਨੂੰ ਪੂਰਾ ਕਰਾਂ, ਅਰਜਨ ਨੂੰ ਮਾਰਾਂ। ਪਰ ਕਵੀ ਜੀ ਲਿਖਦੇ ਨੇ ਕਿ ਜਿਹੜੀ ਮਾਤਾ ਹੈ ਮਿਹਰਵਾਨ ਦੀ, ਭਾਵ ਕਿ ਜਿਹੜੀ ਕਰਮੋ ਹੈ, ਉਹ ਬੜਾ ਪਿਆਰ ਕਰਦੀ ਹੈ, ਇਸ ਕਰਕੇ ਉਹਨੂੰ ਜਾਨ ਨਹੀਂ ਦਿੰਦੀ। हे सुत तू अब आसरा, सिख संगत केरा, मैं आनंद ते रहत हूँ, पिख कर मुख तेरा। ਕਰਮੋ ਆਪਣੇ ਪੁੱਤਰ ਮਿਹਰਵਾਨ ਨੂੰ ਕਹਿੰਦੀ ਹੈ ਕਿ हे ਮੇਰੇ ਪਿਆਰੇ ਪੁੱਤਰ, ਤੂੰ ਮੇਰਾ ਵੀ ਆਸਰਾ ਹੈ, ਇਸ ਤੋਂ ਇਲਾਵਾ ਸਾਰੀ ਸੰਗਤ ਵੀ ਤੇਰੇ ਆਸਰੇ ਹੈ। ਜੇਕਰ ਮੈਂ ਤੇਰਾ ਮੁਖੜਾ ਦੇਖਦੀ ਰਹਿੰਦੀ ਹਾਂ ਤੇ ਮੈਂ ਖੁਸ਼ ਰਹਿੰਦੀ ਹਾਂ, ਇਸ ਕਰਕੇ ਤੂੰ ਨਾ ਜਾ। ਤੋਹਿ ਪਿਤਾਮਾ ਜਗ ਗੁਰੂ, ਅਜ਼ਮਤ ਧਰ ਪਾਰੀ, ਨਰ ਨਿਹਾਲ ਕਰ ਸੈਂ ਕਰੇ, ਦੁਰ ਮਤ ਔਰ ਟਾਰੀ। ਕਰਮੋ ਆਪਣੇ ਪੁੱਤਰ ਮਿਹਰਵਾਨ ਨੂੰ ਕਹਿੰਦੀ ਹੈ ਤੇਰਾ ਜਿਹੜਾ ਪਿਤਾਮਾ ਸੀ, ਭਾਵ ਕਿ ਤੇਰਾ ਜਿਹੜਾ ਦਾਦਾ ਸੀ, ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਹਿੰਦੀ ਹੈ ਕਿ ਤੇਰਾ ਜਿਹੜਾ ਦਾਦਾ ਸੀ ਵੱਡਾ ਕਰਾਮਾਤੀ ਸੀ। ਕਰ ਨਿਹਾਲ ਕਰ ਸੈਂ ਕਰੇ, ਦੁਰਮਤ ਔਰ ਟਾਰੀ। ਮਾਨੋ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਨੁੱਖਾਂ ਦਾ ਪਾਰ ਉਤਾਰਾ ਕੀਤਾ, ਉਹਨਾਂ ਨੂੰ ਨਿਹਾਲ ਕੀਤਾ, ਉਹਨਾਂ ਦੀ ਖੋਟੀ ਬੁੱਧੀ ਨੂੰ ਦੂਰ ਕੀਤਾ। ਬਖਸ਼ਤ ਨਵ ਨਿਧ ਸਿੱਧ ਕੋ, ਪਿਖ ਕੈ ਨਿਜ ਸੇਵਾ, ਪੂਜਨੀਏ ਸਭ ਕੇ ਪਾਏ, ਜਗ ਸ੍ਰੀ ਗੁਰੂ ਦੇਵਾ। ਕਰਮੋਂ ਕਹਿੰਦੀ ਹੈ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਐਸੇ ਸਨ ਜਿਹੜੇ ਕਿ ਮਾਨੋ ਸੇਵਾ ਤੋਂ ਖੁਸ਼ ਹੋ ਕੇ ਸਿੱਖਾਂ ਨੂੰ ਰਿੱਧੀਆਂ ਸਿੱਧੀਆਂ ਦੇ ਦਿੰਦੇ ਸਨ। ਇਸ ਕਰਕੇ ਮਾਨੋ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਗਤ ਦੇ ਗੁਰੂ ਸਨ ਔਰ ਉਹ ਪੂਜਣ ਦੇ ਲਾਇਕ ਸਨ। ਤੋਹਿ ਪਿਤਾ ਸੇਵੇ ਨਹੀਂ, ਹੋਏ ਨਾ ਅਨੁਸਾਰੀ, ਸਮਤਾ ਕੋ ਕਰਿਓ ਰਿਓ, ਕਟ ਗਿਰਾਇਓ ਚਾਰੀ। ਕਰਮੋਂ ਕਹਿੰਦੀ ਹੈ ਪਰ ਤੇਰੇ ਪਿਤਾ ਨੇ, ਮਾਨੋ ਕਿ ਪ੍ਰਿਥੀ ਚੰਦ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਨਹੀਂ ਕੀਤੀ, ਉਹਨਾਂ ਦੇ ਅਨੁਸਾਰ ਹੋ ਕੇ ਨਹੀਂ ਚੱਲਿਆ। ਮਾਨੋ ਕਿ ਹਮੇਸ਼ਾ ਉਹਨੇ ਸਤਿਗੁਰਾਂ ਦੀ ਬਰਾਬਰੀ ਕਰਨ ਦਾ ਯਤਨ ਕੀਤਾ, ਇੱਥੋਂ ਤੱਕ ਕਿ ਕਈ ਵਾਰੀ ਉਹਨੇ ਸਖਤ ਲਫ਼ਜ਼ ਵੀ ਸਤਿਗੁਰਾਂ ਨੂੰ ਆਖੇ। ਕਹਿਓ ਨਾ ਮਾਨੇ ਕੱਛ ਕਬੈ, ਜਾਣੇ ਪਿਤ ਮੇਰਾ। ਆਪਣੇ ਪੁੱਤਰ ਮਿਹਰਬਾਨ ਨੂੰ ਸਮਝਾਉਂਦੀ ਹੈ ਕਿ ਤੇਰਾ ਪਿਤਾ ਕਿਉਂ ਗੁਰੂ ਨਹੀਂ ਬਣਿਆ। ਕਹਿੰਦੀ ਹੈ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋ ਵੀ ਹੁਕਮ ਕਰਦੇ ਸਨ, ਕਦੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਬਚਨ ਨੂੰ ਪ੍ਰਿਥੀ ਚੰਦ ਨਹੀਂ ਸੀ ਮੰਨਦਾ, ਜਾਣਦਾ ਰਿਹਾ ਸਾਰੀ ਉਮਰ ਕਿ ਮੇਰਾ ਪਿਤਾ ਹੀ ਹੈ। ਪ੍ਰਭੂ ਨਾ ਜਾਣਿਓ ਅਦਬ ਕਰ, ਲੜ ਤੋਂ ਬਹੁ ਬੇਰਾ। ਕਦੇ ਵੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪ੍ਰਭੂ ਦਾ ਅਵਤਾਰ ਪ੍ਰਿਥੀ ਚੰਦ ਨੇ ਨਹੀਂ ਜਾਣਿਆ ਤੇ ਨਾ ਹੀ ਸਤਿਗੁਰਾਂ ਦਾ ਕੋਈ ਅਦਬ ਕੀਤਾ, ਸਤਿਕਾਰ ਕੀਤਾ। ਲੜ ਤੋਂ ਬਹੁ ਬੇਰਾ, ਇੱਥੋਂ ਤੱਕ ਕਿ ਬੜੀ ਵਾਰੀ ਲੜਿਆ। ਸਾਸ ਰਹੀ ਸਮਝਾਵਤੀ, ਜੇ ਚਹ ਗੁਰ ਗਾਦੀ, ਸਮਤਾ ਕਰੋ ਨਾ ਪਿਤਾ ਕੀ, ਨਹੀਂ ਹੂਜੈ ਬਾਦੀ। ਕਰਮੋਂ ਕਹਿੰਦੀ ਹੈ ਕਿ ਇੱਥੋਂ ਤੱਕ ਕਿ ਮੇਰੀ ਸੱਸ ਨੇ ਵੀ ਬੜੀ ਵਾਰੀ ਸਮਝਾਇਆ, ਕਹਿਣ ਤੋਂ ਭਾਵ ਹੈ ਕਿ ਮਾਤਾ ਭਾਨੀ ਨੇ ਕਹਿੰਦੀ ਹੈ ਕਿ ਮੇਰੀ ਸੱਸ ਨੇ ਵੀ ਬੜਾ ਸਮਝਾਇਆ ਕਿ ਇਹ ਪੁੱਤਰ ਪ੍ਰਿਥੀ ਚੰਦ, ਜੇ ਤੂੰ ਗੁਰਿਆਈ ਗੱਦੀ ਨੂੰ ਲੈਣਾ ਚਾਹੁੰਦਾ ਹੈ ਤੇ ਕਦੇ ਵੀ ਆਪਣੇ ਪਿਤਾ ਦੀ ਬਰਾਬਰੀ ਨਾ ਕਰ, ਉਹਨਾਂ ਦੇ ਨਾਲ ਝਗੜਾ ਨਾ ਕਰ, ਉਹਨਾਂ ਦੇ ਬਚਨ ਸਤਿਕਾਰ ਦੇ ਨਾਲ ਮੰਨ। ਨਾ ਹੈ ਤਾਂ ਲੈ ਹੈ ਦਾਸ ਕੋ, ਛੂਛੇ ਰਹਿ ਜਾਵੋ, ਸੇਵਾ ਕੇ ਬਸ ਹੋਤ ਹੈ, ਤੁਮ ਸੇਵ ਕਮਾਵੋ। ਕਰਮੋਂ ਕਹਿੰਦੀ ਹੈ ਕਿ ਮੇਰੀ ਸੱਸ ਨੇ ਇੱਥੋਂ ਤੱਕ ਪ੍ਰਿਥੀ ਚੰਦ ਨੂੰ ਆਖਿਆ ਸੀ ਕਿ ਜੇ ਤੂੰ ਸੇਵਾ ਨਾ ਕੀਤੀ, ਜੇ ਤੂੰ ਸਤਿਗੁਰਾਂ ਦੇ ਅਨੁਸਾਰ ਹੋ ਕੇ ਨਾ ਚੱਲਿਆ ਤੇ ਵੇਖ ਲਵੀਂ ਤੂੰ ਖਾਲੀ ਰਹਿ ਜਾਵੇਂਗਾ ਤੇ ਕੋਈ ਬਾਹਰੋਂ ਦਾਸ ਆਣ ਕੇ ਸੇਵਾ ਕਰਕੇ ਗੁਰਿਆਈ ਨੂੰ ਲੈ ਲਵੇਗਾ, ਕਿਉਂਕਿ ਸੇਵਾ ਦੇ ਵਸ ਹੁੰਦੇ ਨੇ ਗੁਰੂ। ਇਸ ਕਰਕੇ ਪ੍ਰਿਥੀ ਚੰਦ ਤੂੰ ਸੇਵਾ ਕਰ, ਬੜਾ ਸਮਝਾਇਆ ਸੀ ਮੇਰੀ ਸੱਸ ਨੇ।
एक न मानी किसे की, निज हित नहीं जाना। लख विशाल बुद्ध अपनी, और में गर बाना। पर कर्मों अपने पुत्र मेहरबान ਨੂੰ ਕਹਿੰਦੀ ਹੈ ਕਿ ਤੇਰੇ ਪਿਤਾ ਪ੍ਰਿਥੀ ਚੰਦ ਨੇ ਕਿਸੇ ਦੀ ਇੱਕ ਵੀ ਗੱਲ ਨੂੰ ਨਹੀਂ ਮੰਨਿਆ। ਮਾਨੋ ਕਿ ਆਪਣੇ ਆਪ ਨੂੰ ਹਮੇਸ਼ਾ ਵਿਸ਼ਾਲ ਬੁੱਧੀ ਦਾ ਮਾਲਕ ਸਮਝਦਾ ਰਿਹਾ ਔਰ ਇਸੇ ਹੰਕਾਰ ਦੇ ਵਿੱਚ ਫਸਿਆ ਰਿਹਾ। ਅਰਜਨ ਆਏ ਸਮਾਨ ਕਰ ਲਵਪੁਰੀ ਸਿਧਾਵਾ, ਇਸ ਹੀ ਤੇ ਸੋ ਪ੍ਰਸੰਨ ਹੋਵੇ ਤਿਨ ਕੇ ਮਨ ਭਾਵਾ। ਕਹਿੰਦੀ ਹੈ ਕਿ ਅਰਜਨ ਹਮੇਸ਼ਾ ਗੁਰੂ ਦੇ ਹੁਕਮ ਦੇ ਵਿੱਚ ਰਿਹਾ, ਇੱਥੋਂ ਤੱਕ ਕਿ ਗੁਰੂ ਦਾ ਹੁਕਮ ਉਸਨੇ ਮੰਨਿਆ ਤੇ ਲਾਹੌਰ ਦੇ ਵਿੱਚ ਚਲਾ ਗਿਆ। ਤੁਸੀਂ ਇਤਿਹਾਸ ਦੇ ਵਿੱਚ ਇਸ ਪ੍ਰਸੰਗ ਨੂੰ ਸੁਣਿਆ ਕਿ ਜਦੋਂ ਪੁੱਤਰ ਆਪਣੇ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਸੰਹਾਰੀ ਮਲ ਨੇ ਅਰਜ਼ ਕੀਤੀ ਸੀ ਸਤਿਗੁਰਾਂ ਨੂੰ, ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮੇਰਾ ਜਾਣਾ ਤੇ ਔਖਾ ਹੈ, ਕਿਉਂਕਿ ਸੰਗਤਾਂ ਇੱਥੇ ਆਉਂਦੀਆਂ ਨੇ, ਜੇ ਮੈਂ ਇੱਥੇ ਨਾ ਹੋਵਾਂਗਾ ਤੇ ਸੰਗਤਾਂ ਦਾ ਮਿਲਾਪ ਨਹੀਂ ਹੋ ਸਕੇਗਾ। ਫਿਰ ਉਸਨੇ ਅਰਜ਼ ਕੀਤੀ ਸੀ ਸੰਹਾਰੀ ਮਲ ਨੇ ਕਿ ਸੱਚੇ ਪਾਤਸ਼ਾਹ ਜੇਕਰ ਤੁਸੀਂ ਨਹੀਂ ਤੇ ਆਪਣੇ ਕਿਸੇ ਸਾਹਿਬਜ਼ਾਦੇ ਨੂੰ ਘੱਲ ਦਿਓ ਤਾਂ ਕਿ ਮੇਰਾ ਸਨਮਾਨ ਬਣਿਆ ਰਹੇ। ਤੇ ਫਿਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੁਕਮ ਕੀਤਾ ਸੀ ਪ੍ਰਿਥੀ ਚੰਦ ਨੂੰ ਕਿ ਇਹ ਪੁੱਤਰ ਪ੍ਰਿਥੀ ਚੰਦ ਤੂੰ ਚਲਿਆ ਜਾ ਸੰਹਾਰੀ ਮਲ ਦੇ ਨਾਲ ਔਰ ਇਸ ਦੇ ਪੁੱਤਰ ਦੇ ਵਿਆਹ ਦੇ ਵਿੱਚ ਮੇਰੇ ਵੱਲੋਂ ਸ਼ਾਮਲ ਹੋ। ਪਰ ਪ੍ਰਿਥੀ ਚੰਦ ਨੇ ਨਾ ਕਰ ਦਿੱਤੀ। ਪ੍ਰਿਥੀ ਚੰਦ ਕਹਿੰਦਾ ਸੱਚੇ ਪਾਤਸ਼ਾਹ ਗੁਰੂ ਘਰ ਦਾ ਜਿੰਨਾ ਵੀ ਸੇਵਾ ਦਾ ਕੰਮ ਹੈ ਉਹ ਤੇ ਮੈਂ ਹੀ ਸੰਭਾਲਦਾ ਹਾਂ, ਇਸ ਕਰਕੇ ਜੇ ਮੈਂ ਚਲਾ ਗਿਆ ਤੇ ਫਿਰ ਕੌਣ ਸੰਭਾਲੇਗਾ। ਇਸ ਤੋਂ ਇਲਾਵਾ ਪ੍ਰਿਥੀ ਚੰਦ ਨੂੰ ਇਹ ਵੀ ਡਰ ਸੀ ਕਿ ਜੇ ਮੈਂ ਚਲਾ ਗਿਆ ਤੇ ਮੇਰੀ ਜਗ੍ਹਾ ਤੇ ਜਿੰਨਾ ਵੀ ਮੈਂ ਗੁਰੂ ਘਰ ਦਾ ਕੰਮ ਵਿਹਾਰ ਸਾਂਭਦਾ ਹਾਂ ਕਿਸੇ ਹੋਰ ਨੂੰ ਨਿਯੁਕਤ ਕਰ ਦੇਣਗੇ। ਇਸ ਕਰਕੇ ਪ੍ਰਿਥੀ ਚੰਦ ਨੇ ਜਾਣ ਤੋਂ ਨਾ ਕਰ ਦਿੱਤੀ। ਫਿਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮਹਾਦੇਵ ਨੂੰ ਆਖਿਆ ਕਿ ਹੇ ਮਹਾਦੇਵ ਤੂੰ ਚਲਿਆ ਜਾ, ਤੇਰੇ ਤਾਏ ਦੇ ਪੁੱਤਰ ਦਾ ਵਿਆਹ ਹੈ। ਤੇ ਮਹਾਦੇਵ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਮੈਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਜਾਣਦਾ, ਕੌਣ ਰਿਸ਼ਤਾ ਕੌਣ ਰਿਸ਼ਤੇਦਾਰ ਮੇਰਾ, ਕੌਣ ਤਾਇਆ ਕੌਣ ਤਾਏ ਦਾ ਪੁੱਤਰ, ਮੈਂ ਇਹਨਾਂ ਗੱਲਾਂ ਦੇ ਵਿੱਚ ਹੀ ਨਹੀਂ ਆਉਂਦਾ। ਇਸ ਕਰਕੇ ਮਹਾਦੇਵ ਨੇ ਵੀ ਨਾ ਕਰ ਦਿੱਤੀ। ਤੇ ਫਿਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਕਿ ਇਹ ਪੁੱਤਰ ਤੂੰ ਚਲਿਆ ਜਾ ਆਪਣੇ ਤਾਏ ਦੇ ਨਾਲ ਵਿਆਹ ਦੇ ਵਿੱਚ ਸ਼ਾਮਲ ਹੋ। ਇੱਥੋਂ ਤੱਕ ਸਤਿਗੁਰਾਂ ਨੇ ਆਖਿਆ ਕਿ ਜਿੰਨਾ ਚਿਰ ਅਸੀਂ ਤੈਨੂੰ ਨਾ ਬੁਲਾਈਏ ਤੂੰ ਆਉਣਾ ਨਹੀਂ। ਤੁਸੀਂ ਸਾਰੇ ਪ੍ਰਸੰਗ ਨੂੰ ਸੁਣ ਚੁੱਕੇ ਹੋ, ਮੈਂ ਉਸ ਪਾਸੇ ਬਹੁਤਾ ਵਿਸਥਾਰ ਦੇ ਵਾਸਤੇ ਨਹੀਂ ਜਾਣਾ। ਹੁਣ ਕਰਮੋਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਤੇਰੇ ਪਿਤਾ ਨੂੰ ਵੀ ਹੁਕਮ ਹੋਇਆ ਸੀ ਲਾਹੌਰ ਜਾਣ ਦਾ, ਪਰ ਇਹ ਨਹੀਂ ਗਿਆ, ਅਰਜਨ ਚਲਾ ਗਿਆ। ਇਸ ਹੀ ਤੇ ਸੋ ਪ੍ਰਸੰਨ ਹੋਵੇ ਤਿਨ ਕੋ ਮਨ ਭਾਵਾ। ਇਹ ਬਚਨ ਮੰਨਣ ਦੇ ਨਾਲ ਹੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅਰਜਨ ਦੇ ਉੱਤੇ ਪ੍ਰਸੰਨ ਹੋ ਗਏ ਸਨ, ਉਹਨਾਂ ਦੇ ਮਨ ਨੂੰ ਉਹ ਭਾ ਗਿਆ ਸੀ। ਗੁਰਤਾ ਗਾਦੀ ਪਰ ਥਿਰਿਓ ਅਜ਼ਮਤ ਕੋ ਪਾਏ, ਦੇਖ ਨਿਕਟ ਤੇਰੋ ਹਤਿਓ ਸੁਲਹੀ ਤਸ ਜਾਏ। ਮਾਨੋ ਕਿ ਇਹੀ ਸਾਰਿਆਂ ਤੋਂ ਵੱਡਾ ਬਚਨ ਸੀ ਜਿਹੜਾ ਕਿ ਅਰਜਨ ਨੇ ਮੰਨਿਆ ਤੇ ਫਿਰ ਗੁਰਿਆਈ ਗੱਦੀ ਦਾ ਅਧਿਕਾਰੀ ਬਣ ਗਿਆ, ਕਿਉਂਕਿ ਮੰਨਿਆ ਜਾਂਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਬਚਨ ਮੰਨਣ ਤੋਂ ਹੀ ਬਹੁਤਾ ਜ਼ਿਆਦਾ ਅਰਜਨ ਦੇ ਉੱਤੇ ਪ੍ਰਸੰਨ ਹੋਏ ਸਨ। ਤੁਸੀਂ ਕਥਾ ਨੂੰ ਸੁਣ ਚੁੱਕੇ ਹੋ, ਮੈਂ ਉਸ ਪਾਸੇ ਨਹੀਂ ਜਾਣਾ। ਕਹਿੰਦੀ ਹੈ ਕਿ ਇਹੀ ਫਲ ਮਿਲਿਆ ਬਚਨ ਮੰਨਣ ਦਾ ਕਿ ਗੁਰਿਆਈ ਗੱਦੀ ਦੇ ਉੱਤੇ ਹੁਣ ਤੇਰੇ ਪਿਤਾ ਦੀ ਜਗ੍ਹਾ ਦੇ ਉੱਤੇ ਅਰਜਨ ਬੈਠਾ ਹੈ। ਜਿੱਥੇ ਤੇਰੇ ਪਿਓ ਨੇ ਬਹਿਣਾ ਸੀ ਉੱਥੇ ਹੁਣ ਅਰਜਨ ਬੈਠਾ ਹੈ, ਅਜਮਤਾਂ ਦਾ ਕਰਾਮਾਤਾਂ ਦਾ ਮਾਲਕ ਬਣ ਕੇ ਬੈਠਾ ਹੈ। ਦੇਖ ਨਿਕਟ ਤੇਰੋ ਹਤਿਓ ਸੁਲਹੀ ਤਸ ਜਾਏ। ਇੱਥੋਂ ਤੱਕ ਕਿ ਵੇਖ ਤੇਰੇ ਵੇਖਦਿਆਂ ਵੇਖਦਿਆਂ ਜਿਹੜਾ ਸੁਲਹੀ ਖਾਂ ਸਾਡਾ ਸਹਾਇਕ ਸੀ ਉਹ ਵੀ ਮਾਨੋ ਕਿ ਮਰ ਗਿਆ ਅੱਗ ਦੇ ਵਿੱਚ ਧਸ ਕੇ। ਇਹ ਅਰਜਨ ਦੀ ਕਰਾਮਾਤ ਹੈ, ਉਹਨੇ ਕਰਾਮਾਤ ਦੇ ਨਾਲ ਸੁਲਹੀ ਖਾਂ ਨੂੰ ਮਾਰ ਦਿੱਤਾ। ਸੁਲਭੀ ਗਮਨਿਓ ਪਕਰਨੇ ਮਗ ਬਿਖੇ ਸੰਘਾਰਾ, ਤੋਹਿ ਪਿਤਾ ਅਸਗਤ ਭਈ ਕਛ ਚੱਲਿਓ ਨਾ ਚਾਰਾ। ਆਪਣੇ ਪੁੱਤਰ ਮਿਹਰਬਾਨ ਨੂੰ ਕਰਮੋਂ ਸਮਝਾਉਂਦੀ ਹੈ ਕਿ ਤੂੰ ਨਹੀਂ ਜਾਣਦਾ ਕਿ ਕਰਾਮਾਤ ਦੇ ਨਾਲ ਉਹਨੇ ਪਹਿਲਾਂ ਸੁਲਹੀ ਖਾਂ ਨੂੰ ਮਾਰ ਦਿੱਤਾ, ਫਿਰ ਜਿਹੜਾ ਸੁਲਭੀ ਖਾਂ ਸੀ ਉਹ ਵੀ ਪਹੁੰਚ ਨਹੀਂ ਸਕਿਆ, ਰਸਤੇ ਦੇ ਵਿੱਚ ਹੀ ਉਸਨੇ ਕਰਾਮਾਤ ਦੇ ਜ਼ੋਰ ਦੇ ਨਾਲ ਮਾਰ ਦਿੱਤਾ। ਇੱਥੋਂ ਤੱਕ ਕਿ ਤੇਰਾ ਜਿਹੜਾ ਪਿਤਾ ਹੈ ਨਾ ਉਹਦੀ ਵੀ ਐਸੀ ਦੁਰਦਸ਼ਾ ਵਾਲੀ ਮੌਤ ਸਿਰਫ ਅਰਜਨ ਦੀ ਕਰਾਮਾਤ ਦੇ ਨਾਲ ਹੋਈ ਹੈ। ਇਹ ਗੱਲਾਂ ਸਾਹਮਣੇ ਦਿਸ ਰਹੀਆਂ। ਘਰ ਆਪਣੇ ਗੁਜ਼ਰਾਨ ਬਹੁ ਸਿੱਖ ਸੇਵਕ ਆਵੇਂ, ਬੈਠੇ ਕਰੋ ਆਨੰਦ ਕੋ ਸੁਖ ਲਿਓ ਮਨ ਪਾਵੇਂ।
ਮਿਹਰਵਾਨ ਨੂੰ ਮਾਂ ਕਰਮੋਂ ਕਹਿੰਦੀ ਹੈ ਕਿ ਕੀ ਲੈਣਾ ਹੈ ਉਧਰ ਜਾ ਕੇ, ਆਪਣੇ ਘਰ ਦੇ ਵਿੱਚ ਗੁਜ਼ਾਰਾ ਬੜਾ ਸੌਖਾ ਚੱਲਦਾ ਹੈ, ਕਿਉਂਕਿ ਸਿੱਖ ਸੇਵਕ ਸਾਡੇ ਬਣੇ ਹੋਏ ਨੇ, ਉਹ ਪ੍ਰਿਥੀ ਚੰਦ ਤੋਂ ਬਾਅਦ ਤੈਨੂੰ ਵੀ ਗੁਰੂ ਮੰਨ ਕੇ ਪੂਜਣਗੇ, ਆਨੰਦ ਦੇ ਨਾਲ ਸੁੱਖ ਦੇ ਨਾਲ ਘਰ ਬਹਿ, ਤੂੰ ਕੀ ਲੈਣਾ ਹੈ ਇਸ ਗੱਲ ਚੋਂ। करामात को जोर तेह नर किते संघारे, नहीं गमने कर बैर को जीवन चित तारे। कहती है कि अर्जन दे विच ते करामातां दा जोर है, करामातां दे जोर दे नाल वेख उन्हें किन्नियां नूं मार दिता, नहीं गमनों कर बैर को, वैर नूं चित दे विच धारण करके उस पासे ना जा, जीवन चित तारे। मानो कि अपने जीवन दे विच प्यार कर, अपने प्राणां नूं संभाल। जिन मार्यो निज भ्रात को, लख छतरु समाना, कहाँ भतीजे सो करे और प्यार महाना। मेहरबान नूं करमों समझाउंदी है कि जिन्ने अर्जन ने मानो कि अपने भरा ਪ੍ਰਿਥੀ ਚੰਦ ਨੂੰ ਵੈਰੀ ਸਮਝ ਕੇ ਕਰਾਮਾਤ ਦੇ ਜ਼ੋਰ ਦੇ ਨਾਲ ਮਾਰ ਦਿੱਤਾ, ਉਹ ਤੈਨੂੰ ਭਾਵ ਕੇ ਭਤੀਜੇ ਨੂੰ ਕੀ ਪਿਆਰ ਕਰੇਗਾ, ਉਹ ਤੈਨੂੰ ਵੀ ਮਾਰ ਦੇਗਾ। ਇਸ ਕਰਕੇ ਤੂੰ ਮੇਰੀ ਗੱਲ ਮੰਨ, ਇਸ ਗੱਲ ਨੂੰ ਭੁਲਾ ਦੇ ਕਿ ਤੇਰੇ ਪਿਤਾ ਨੇ ਤੈਨੂੰ ਕੋਈ ਸੰਦੇਸ਼ਾ ਦਿੱਤਾ ਸੀ। ਬਹੁ ਫਲ ਪਾਇਓ ਬੈਰ ਤੇ, ਅਬ ਟਿਕੋ ਆਵਾਸਾ, ਪ੍ਰਥਮੇ ਕਾਢੇ ਨਗਰ ਤੇ ਤੋਹਮਤ ਦੇ ਤਰਾਸਾ। ਕਰਮੋਂ ਕਹਿੰਦੀ ਹੈ ਕਿ ਵੈਰ ਕਰਨ ਦਾ ਮਾਨੋ ਕਿ ਬੜਾ ਮਾੜਾ ਫਲ ਸਾਨੂੰ ਮਿਲ ਗਿਆ ਹੈ, ਇੱਥੋਂ ਤੱਕ ਕਿ ਆਪਣੀ ਨਗਰੀ ਦੇ ਵਿੱਚ ਅਸੀਂ ਟਿਕ ਕੇ ਬਹਿ ਨਹੀਂ ਸਕੇ, ਕਿਉਂਕਿ ਸਾਨੂੰ ਮਾਨੋ ਕਿ ਤੋਹਮਤ ਲਾ ਕੇ ਅਰਜਨ ਨੇ ਤਰਾਸ ਦੇ ਕੇ ਪਿੰਡ ਦੇ ਵਿੱਚੋਂ ਕੱਢ ਦਿੱਤਾ ਸੀ। ਇਤੇ ਆਦਿਕ ਮਾਤਾ ਕਹਿਓ ਨੀਕੇ ਸਮਝਾਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਮਾਂ ਨੇ ਗੱਲਾਂ ਕਹਿ ਕੇ ਬਹੁਤ ਜ਼ਿਆਦਾ ਮਿਹਰਬਾਨ ਨੂੰ ਸਮਝਾਇਆ। ਮਿਹਰਬਾਨ ਡਰ ਪਿਓ ਤਵੈ ਘਰ ਬੈਠ ਰਹਾਵਾ। ਜਦੋਂ ਮਾਂ ਨੇ ਸਮਝਾਇਆ ਤੇ ਮਿਹਰਬਾਨ ਫਿਰ ਸਾਰੀਆਂ ਗੱਲਾਂ ਨੂੰ ਸੁਣ ਕੇ ਡਰ ਗਿਆ ਤੇ ਘਰ ਦੇ ਵਿੱਚ ਹੀ ਬਹਿ ਗਿਆ। ਨਹੀਂ ਜਾਣ ਕੀ ਮਤ ਕਰੀ, किस ही इस थाने, रहियो ग्राम कोठे बिखे, तिनके सिख माने। कवि जी लिखते ने कि मेहरबान ने किसी भी जगह ते जाण दी चाह ना कीती, अपने पिंड कोठे दे विच ही टिकिया रहा ते जिहड़े ਪ੍ਰਿਥੀ ਚੰਦ ਦੇ सिख सेवक बने सन ਉਹ ਪ੍ਰਿਥੀ ਚੰਦ ਦੇ वांग मेहरबान नूं गुरु मन के मन्नण लगे। उत पापी चंदू सुनियो, ਪ੍ਰਿਥੀਏ ਤਨ ਛੋਰਾ, ਪਰਿਓ ਕਾਵ ਪਰ ਲਾਉਣ ਜਨ, ਪ੍ਰਾਪਤ ਦੁਖ ਕੋਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਚੰਦੂ ਦੇ ਕੋਲ ਪ੍ਰਿਥੀ ਚੰਦ ਦੀ ਮੌਤ ਦੀ ਖਬਰ ਪਹੁੰਚੀ ਹੈ ਕਿ ਪ੍ਰਿਥੀ ਚੰਦ ਮਰ ਗਿਆ ਹੈ। ਮਾਨੋ ਕਿ ਉਸ ਵੇਲੇ ਬਹੁਤਾ ਹੀ ਜ਼ਿਆਦਾ ਚੰਦੂ ਨੂੰ ਦੁੱਖ ਲੱਗਾ। ਇਸ ਤਰ੍ਹਾਂ ਦਾ ਦੁੱਖ ਲੱਗਾ ਮਾਨੋ ਕਿ ਜਿਵੇਂ ਪੱਕੇ ਹੋਏ ਜ਼ਖਮ ਦੇ ਉੱਤੇ ਲੂਣ ਪਾ ਦੇਈਦਾ। ਬਹੁਤ ਜ਼ਿਆਦਾ ਦੁੱਖ ਲੱਗਾ ਪ੍ਰਿਥੀ ਚੰਦ ਦੀ ਮੌਤ ਦਾ ਚੰਦੂ ਨੂੰ। ਬ੍ਰਣ ਪਾ ਕੇ ਪਰ ਲੱਗ ਗਈ, ਜਨ ਔਚਕ ਚੋਟਾ, ਬਾਣ ਲਗਿਓ ਜਨ ਕਾਨ ਮੈਂ, ਬੀਦਿਓ ਮਨ ਖੋਟਾ। ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਕਿਸ ਤਰ੍ਹਾਂ ਦਾ ਦੁੱਖ ਚੰਦੂ ਨੂੰ ਹੋਇਆ ਪ੍ਰਿਥੀ ਚੰਦ ਦੀ ਮੌਤ ਦਾ। ਕਹਿੰਦੇ ਨੇ ਕਿ ਇਸ ਤਰ੍ਹਾਂ ਸਮਝ ਲਓ ਕਿ ਜਿਵੇਂ ਪੱਕੇ ਹੋਏ ਫੋੜੇ ਦੇ ਉੱਤੇ ਚੋਟ ਲੱਗ ਜਾਂਦੀ ਹੈ ਤੇ ਕਿੰਨਾ ਦੁੱਖ ਦਿੰਦਾ ਹੈ, ਇਸ ਤਰ੍ਹਾਂ ਦਾ ਦੁੱਖ ਦਿੱਤਾ ਪ੍ਰਿਥੀ ਚੰਦ ਦੀ ਮੌਤ ਨੇ ਚੰਦੂ ਨੂੰ। ਜਾਂ ਫਿਰ ਇਸ ਤਰ੍ਹਾਂ ਮੰਨ ਲਓ, ਮਾਨੋ ਕਿ ਚੰਦੂ ਦਾ ਜਿਹੜਾ ਮਨ ਸੀ ਬੜਾ ਖੋਟਾ ਸੀ ਤੇ ਜਦੋਂ ਗੱਲ ਸੁਣੀ, ਗੱਲ ਤੀਰ ਦੇ ਵਾਂਗ ਕੰਨ ਦੇ ਵਿੱਚ ਦੀ ਜਾ ਕੇ ਉਹਦੇ ਖੋਟੇ ਮਨ ਨੂੰ ਵਿੰਨ ਗਈ। ਬਾਦੀ ਹੋ ਤੋ ਸਮਾਨ ਕੋ, ਸੋ ਪੀ ਪ੍ਰਭ ਹਾਨਾ, ਜਤਨ ਨਿਫਲ ਸਭ ਹੋਤ ਹੈ, ਜੇ ਰਚੇ ਮਹਾਨਾ। ਹੁਣ ਚੰਦੂ ਸੋਚਦਾ ਹੈ ਕਿ ਮੇਰੇ ਵਰਗਾ ਬਾਦੀ ਸੀ, ਮੇਰੇ ਸਮਾਨ ਹੀ ਅਰਜਨ ਦਾ ਉਹ ਵੈਰੀ ਸੀ, ਪਰ ਪ੍ਰਭੂ ਨੇ ਉਹ ਵੀ ਮਾਰ ਦਿੱਤਾ, ਉਹਨੂੰ ਵੀ ਖਤਮ ਕਰ ਦਿੱਤਾ। ਸੋਚਦਾ ਹੈ ਚੰਦੂ ਯਤਨ ਨਿਸਫਲ ਸਭ ਹੋਤ ਹੈ, ਕਿ ਜਿੰਨੇ ਵੀ ਯਤਨ ਕਰਦੇ ਆ ਉਹ ਸਾਰੇ ਦੇ ਸਾਰੇ ਬੇਅਸਰ ਹੋ ਜਾਂਦੇ ਨੇ। ਬੜੇ ਯਤਨ ਕੀਤੇ ਪਰ ਕੋਈ ਵੀ ਯਤਨ ਸਿਰੇ ਨਹੀਂ ਚੜਿਆ। ਸੁਲਹੀ ਸੁਲਭੀ ਪ੍ਰਿਥਿਆ ਤੀਨੋ, ਮ੍ਰਿਤ ਹੋਏ ਅਬ ਕਰੋ ਮੈਂ ਕਿਆ ਉਪਾਏ। ਚੰਦੂ ਸੋਚਦਾ ਹੈ ਕਿ ਸੁਲਹੀ ਖਾਂ ਮਰ ਗਿਆ,
ਉਹ ਅਰਜਨ ਨੂੰ ਮਾਰ ਨਹੀਂ ਸਕਿਆ। ਸੁਲਭੀ ਖਾਂ ਮਰ ਗਿਆ, ਉਸ ਦਾ ਭਤੀਜਾ, ਉਹ ਵੀ ਕੰਮ ਨੂੰ ਸਿਰੇ ਨਹੀਂ ਚਾੜ ਸਕਿਆ। ਹੁਣ ਪ੍ਰਿਥੀਆ ਵੀ ਮਰ ਗਿਆ ਹੈ। ਇਹ ਤਿੰਨੇ ਮਰ ਗਏ ਨੇ, ਪਰ ਕਹਿੰਦਾ ਕੰਮ ਨੇਪਰੇ ਨਹੀਂ ਚੜਿਆ। ਆਵੋ ਉਪਾਏ ਮੈਂ ਕਿਆ ਕਰੋ, ਮਤ ਆਏ ਨਾ ਕੋਏ। ਸੋਚਦਾ ਹੈ ਚੰਦੂ ਕਿ ਹੁਣ ਮੈਂ ਕੀ ਉਪਾਅ ਕਰਾਂ, ਮੇਰੀ ਸਮਝ ਦੇ ਵਿੱਚ ਤੇ ਕੋਈ ਗੱਲ ਵੀ ਨਹੀਂ ਆਉਂਦੀ। ਮਹਿਮਾ ਮਾਨ ਨ ਪਰੇ ਪਗ, ਜਿਹੇ ਵੱਡੇ ਕੋ ਭਾਗਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਚੰਦੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਮੰਨ ਕੇ ਮੂਰਖ ਪੈਰੀ ਨਹੀਂ ਪੈਂਦਾ। ਮਾਨੋ ਕਿ ਖੋਟੇ ਭਾਗ ਨੇ ਚੰਦੂ ਦੇ, ਜਿਹੜਾ ਕਿ ਸਤਿਗੁਰਾਂ ਦੀ ਮਹਿਮਾ ਨੂੰ ਜਾਣ ਕੇ ਉਹਨਾਂ ਦੇ ਚਰਨਾਂ ਦੇ ਨਾਲ ਅਜੇ ਵੀ ਨਹੀਂ ਜੁੜਦਾ। ਪਾਤਸ਼ਾਹ ਕੇ ਪਾਸ ਮੈਂ ਚਾਰੀ ਅਨੁਰਾਗਾ। ਮਾਨੋ ਕਿ ਬਾਦਸ਼ਾਹ ਦੇ ਕੋਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੁਗਲੀ ਕਰਾਂ, ਇਸੇ ਗੱਲ ਦੇ ਵਿੱਚ ਹੀ ਉਹਦਾ ਜਿਹੜਾ ਮਨ ਹੈ ਨਾ ਉਹ ਰਚਿਆ ਹੋਇਆ। ਨਹੀਂ ਭੋਜਨ ਬਹੁ ਅਚਤ ਹੈ, ਸੋਚਤ ਚਿਤ ਮਾਹੀ। ਨਿਸਾ ਬਿਖੇ ਨਹੀਂ ਨੀਂਦ ਸੁਖ, ਛਾਤੀ ਰਿਸ ਦਾਹੀ। ਮਾਨੋ ਕਿ ਚੰਦੂ ਨੂੰ ਖਾਣਾ ਚੰਗਾ ਨਹੀਂ ਲੱਗਦਾ, ਉਸ ਨੂੰ ਕੁਝ ਪੀਣਾ ਵੀ ਚੰਗਾ ਨਹੀਂ ਲੱਗਦਾ। ਬਹੁਤਾ ਜ਼ਿਆਦਾ ਸੋਚਾਂ ਦੇ ਵਿੱਚ ਹੀ ਹਮੇਸ਼ਾ ਚੰਦੂ ਡੁੱਬਿਆ ਰਹਿੰਦਾ। ਨਿਸਾ ਵਿਖੇ ਨਹੀਂ ਨੀਂਦ ਸੁਖ, ਛਾਤੀ ਰਿਸਦਾਹੀ। ਰਾਤ ਦੇ ਵੇਲੇ ਸੁਖ ਦੇ ਨਾਲ ਨੀਂਦ ਨਹੀਂ ਆਉਂਦੀ ਚੰਦੂ ਨੂੰ, ਤੇ ਮਾਨੋ ਕਿ ਦੁੱਖ ਦੇ ਨਾਲ ਜਿਹੜੀ ਛਾਤੀ ਹੈ ਨਾ ਉਹ ਸੜਦੀ ਰਹਿੰਦੀ। ਇਸ ਤਰੀਕੇ ਦਾ ਦੁੱਖ ਪ੍ਰਿਥੀ ਚੰਦ ਦੀ ਮੌਤ ਦਾ ਹੋਇਆ ਹੈ ਚੰਦੂ ਨੂੰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਸੰਗ ਦੇ ਵਿੱਚ ਅਰਜ਼ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास। हे संगी हे निरंकार, हे निर्गुण सब टेक। हे गोविंद हे गुण निधान, जाके सदा विवेक। हे अपरंपर हर हरे, है पी होवनहार। हे संता कै सदा संग ने धारा आधार। हे ठाकुर हौ दासरो, मैं निर्गुण गुण नहीं कोय। नानक दीजै नाम दान, राखो हिय परोय। याही कुल ते प्रगट हो, ताही कुल को नाम। पुन द्वादश गुरिंड को मेरी है प्रणाम।